Dear students, ਅਸੀਂ uses of dimensional analysis ਤਿੰਨ uses ਨੇ। ਸਭ ਤੋਂ ਪਹਿਲਾਂ ਹੈਗਾ conversion of one system of units into another। दूसरा हैगा to check accuracy of a given relation। कोई भी साडा रिलेशन है ਉਹਨੂੰ ਅਸੀਂ ਚੈੱਕ ਕਰਨਾ ਵੀ ਉਹ ਸਹੀ ਹੈ, ਸਹੀ ਬਣਿਆ, ਕੋਈ ਗਲਤੀ ਤਾਂ ਨਹੀਂ। ਤੀਸਰਾ ਜਿਹੜਾ ਇੰਪੋਰਟੈਂਟ ਇਹਦਾ ਯੂਜ਼ ਹੈ ਡਾਇਮੈਂਸ਼ਨਲ ਐਨਾਲਿਸਿਸ ਦਾ, ਉਹ ਹੈਗਾ ਡੈਰੀਵੇਸ਼ਨ। ਕੋਈ ਫਾਰਮੂਲਾ ਅਸੀਂ ਡਰਾਈਵ ਕਰਨਾ, ਡੈਰੀਵੇਸ਼ਨ ਆਫ ਏ ਰਿਲੇਸ਼ਨ। ਸਭ ਤੋਂ ਪਹਿਲਾਂ ਅਸੀਂ ਜਿਹੜੀ ਪਹਿਲੀ ਯੂਜ਼ ਹੈ ਅਸੀਂ ਉਹਨੂੰ ਸਟੱਡੀ ਕਰਾਂਗੇ। ਅਸੀਂ ਕਨਵਰਸ਼ਨ ਕਿਵੇਂ ਕਰ ਸਕਦੇ ਹਾਂ। ਕਨਵਰਸ਼ਨ ਆਫ ਸਿਸਟਮ ਆਫ ਯੂਨਿਟਸ। ਇਹਦੇ ਵਿੱਚ ਅਸੀਂ ਗੱਲ ਕੀਤੀ ਸੀ ਵੀ ਕੋਈ ਕੁਆਂਟਿਟੀ ਹੈ, ਕੋਈ ਵੀ ਕੁਆਂਟਿਟੀ ਹੈ, ਉਸ ਕੁਆਂਟਿਟੀ ਦੀ ਕਿਊ ਪਮੈਸ਼ ਹੈ, ਮਿਣਤੀ ਹੈ, ਮੈਜ਼ਰ ਹੈ ਕਿਊ। ਜਿਵੇਂ ਮੈਂ ਕਹਾਂ ਮੇਰੀ ਜਿਹੜੀ ਹਾਈਟ ਹੈ ਇਹ 6 ਫੁੱਟ ਹੈ, ਇਹਦਾ ਮਤਲਬ ਕੁਆਂਟਿਟੀ ਦੀ ਪਮੈਸ਼ ਕਿਊ ਕਿੰਨੀ ਹੈ? 6 ਫੀਟ। ਇਹਦੇ ਵਿੱਚ ਇੱਕ ਨੰਬਰ ਹੈ ਅਤੇ ਇੱਕ ਯੂਨਿਟ ਹੈ। 6 ਫੀਟ ਦੀ ਜਗ੍ਹਾ 'ਤੇ ਮੈਂ N1 ਅਤੇ ਯੂਨਿਟ ਮੈਂ ਫੀਟ ਲੈ ਰਿਹਾ, ਉਸ ਯੂਨਿਟ ਦਾ ਮੈਂ ਜਰਨਲ ਨਾਂ U1 ਰੱਖ ਦਿੰਦਾ। ਜੇ ਮੈਂ 6 ਫੀਟ ਨੂੰ ਇੰਚਾਂ ਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ 1 ਇੰਚ 1 ਫੁੱਟ ਦੇ ਵਿੱਚ 12 ਇੰਚ ਹੁੰਦੇ ਆ, ਤਾਂ 6 ਫੀਟ ਦਾ ਮਤਲਬ 12 6 72 ਇੰਚ। ਜੇ ਮੈਂ ਆਪਣੀ ਹਾਈਟ ਨੂੰ ਇੰਚਾਂ ਦੇ ਵਿੱਚ ਦੱਸਣਾ ਹੋਵੇ ਤਾਂ ਮੈਨੂੰ 72 ਇੰਚ ਕਹੂੰਗਾ। 6 ਫੀਟ 72 ਇੰਚ। ਹੁਣ ਮੈਂ ਦੂਜੇ ਸਿਸਟਮ ਦੇ ਵਿੱਚ ਪਮੈਸ਼ ਦੇ ਰਿਹਾ, ਕਿਊ ਦੀ ਵੈਲੂ ਦੱਸ ਰਿਹਾ। 72 ਦੀ ਥਾਂ 'ਤੇ ਮੈਂ ਦੂਜੇ ਸਿਸਟਮ ਨੂੰ N2 ਨੰਬਰ ਲਿਖ ਲਿਆ। ਯੂਨਿਟ ਮੈਂ ਹੁਣ ਬਦਲ ਕੇ ਇੰਚ ਲੈ ਲਏ ਅਤੇ ਇੱਕ ਨਵਾਂ ਯੂਨਿਟ U2 ਲੈ ਲਿਆ। ਮੇਰੀ ਜਿਹੜੀ ਹਾਈਟ ਹੈ ਓਨੀ ਹੀ ਹੈ, ਚਾਹੇ ਮੈਂ 6 ਫੀਟ ਕਹਾਂ ਚਾਹੇ ਮੈਂ ਉਹਨੂੰ 72 ਇੰਚ ਕਹਾਂ। ਇਹਦਾ ਮਤਲਬ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਧਿਆਨ 'ਚ ਰੱਖਣ ਵਾਲੀ ਇਹ ਹੈ ਵੀ ਕਿਸੇ ਵੀ ਕੁਆਂਟਿਟੀ ਦੀ ਜਿਹੜੀ ਪਮੈਸ਼ ਹੈ, ਜਿਹੜਾ ਮੈਜ਼ਰ ਹੈ, ਜਿਹੜਾ ਤੋਲ ਹੈ, ਜਿਹੜਾ ਮਾਪ ਹੈ, ਉਹ ਯੂਨਿਟ ਦੇ ਬਦਲਣ ਦੇ ਨਾਲ ਨਹੀਂ ਬਦਲਦਾ। ਕਿਹੜੀ ਚੀਜ਼ ਬਦਲਦੀ ਹੈ? ਨੰਬਰ ਬਦਲਦਾ। ਜਿਵੇਂ ਮੈਂ ਆਪਣੀ ਹਾਈਟ ਨੂੰ ਫੁੱਟਾਂ ਦੇ ਵਿੱਚ ਦੱਸਣਾ ਤਾਂ ਮੈਨੂੰ ਕਹਿਣਾ ਪਏਗਾ 6 ਫੀਟ, ਨੰਬਰ 6 ਸੀਗਾ, N1 ਦੀ ਵੈਲਿਊ 6 ਸੀ ਅਤੇ ਯੂਨਿਟ ਮੇਰਾ U1 ਫੀਟ ਸੀ। ਅਤੇ ਜਦੋਂ ਮੈਂ ਯੂਨਿਟ ਬਦਲ ਕੇ ਇੰਚਾਂ 'ਚ ਦੱਸਣਾ ਹੈ ਤਾਂ ਉਹ ਨੰਬਰ ਬਦਲ ਕੇ 72 ਹੋ ਗਿਆ ਅਤੇ ਯੂਨਿਟ ਕੀ ਹੋ ਗਿਆ? ਇੰਚ ਹੋ ਗਿਆ। ਇਹ ਸਾਨੂੰ ਯਾਦ ਰੱਖਣੀ ਪਏਗੀ। ਆਹ ਜਿਹੜੀ ਇਕੁਏਸ਼ਨ ਹੈ ਇਹ ਸਾਨੂੰ ਯਾਦ ਰੱਖਣਾ ਪਏਗਾ ਜਦੋਂ ਵੀ ਅਸੀਂ ਕਨਵਰਸ਼ਨ ਕਰਨੀ ਹੈ। ਇੱਕ ਸਿਸਟਮ ਦੇ ਵਿੱਚ U1 ਯੂਨਿਟ ਹੈ, ਉਸ ਵੈਲਿਊ ਨੂੰ ਅਸੀਂ ਦੂਜੇ ਸਿਸਟਮ ਦੇ ਵਿੱਚ U2 ਦੇ ਵਿੱਚ ਲੈ ਕੇ ਜਾਣਾ ਹੈ। ਅਸੀਂ ਜਿਹੜੀ ਕੋਈ ਕੁਆਂਟਿਟੀ ਦੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਕਿਹਾ ਸੀਗਾ ਵੀ ਜਿਹੜਾ ਡਾਇਮੈਂਸ਼ਨਲ ਫਾਰਮੂਲਾ ਹੈ, ਮੈਂ ਤੁਹਾਨੂੰ ਦੁਬਾਰਾ ਤੋਂ ਡਾਇਮੈਂਸ਼ਨਲ ਫਾਰਮੂਲੇ ਦੀ ਪਰਿਭਾਸ਼ਾ ਨੂੰ ਟੱਚ ਕਰਵਾਉਣਾ ਚਾਹੁੰਦਾ। ਇਹ ਡਾਇਮੈਂਸ਼ਨਲ ਫਾਰਮੂਲਾ ਹੁੰਦਾ ਕੀ ਹੈ? ਯੂਨਿਟ ਆਫ ਦੈਟ ਕੁਆਂਟਿਟੀ। ਯੂਨਿਟ ਆਫ ਦੈਟ ਕੁਆਂਟਿਟੀ। ਜਿਹੜੀ ਕੁਆਂਟਿਟੀ ਦਾ ਡਾਇਮੈਂਸ਼ਨਲ ਫਾਰਮੂਲਾ ਅਸੀਂ ਲਿਖਣਾ ਹੈ ਅਸਲ 'ਚ ਉਹ ਉਸੇ ਕੁਆਂਟਿਟੀ ਦਾ ਯੂਨਿਟ ਹੈ। ਅਸੀਂ ਡਾਇਮੈਂਸ਼ਨਲ ਫਾਰਮੂਲਾ ਕਿਵੇਂ ਲਿਖਦੇ ਹੁੰਦੇ ਹਾਂ? ਇਹਦੇ ਵਿੱਚ ਇੱਕ M ਆਉਂਦਾ ਹੁੰਦਾ, ਇੱਕ L ਆਉਂਦੀ ਹੁੰਦੀ ਹੈ ਅਤੇ ਇੱਕ T ਆਉਂਦੀ ਹੁੰਦੀ ਹੈ। M ਕੀ ਹੁੰਦਾ ਹੈ? ਫੰਡਾਮੈਂਟਲ। M ਦਾ ਮਤਲਬ ਕੀ ਹੈ? ਫੰਡਾਮੈਂਟਲ ਯੂਨਿਟ ਆਫ ਮਾਸ। L ਦਾ ਮਤਲਬ ਕੀ ਹੈ?
ਫੰਡਾਮੈਂਟਲ ਯੂਨਿਟ ਆਫ ਲੈਂਥ। ਟੀ ਦਾ ਮਤਲਬ ਕੀ ਹੈ? ਫੰਡਾਮੈਂਟਲ ਯੂਨਿਟ ਆਫ ਟਾਈਮ। ਤੁਹਾਨੂੰ ਦੱਸਿਆ ਸੀ ਬਈ ਹਰੇਕ ਅਲੱਗ-ਅਲੱਗ ਕੁਆਂਟਿਟੀ ਦੇ ਵਿੱਚ ਇਹ ਜਿਹੜੇ ਐਮ ਐਲ ਅਤੇ ਟੀ ਨੇ ਅਲੱਗ-ਅਲੱਗ ਪਾਵਰਾਂ ਲੈ ਕੇ ਆਉਂਦੇ ਆ। ਅਸੀਂ ਕੋਈ ਆਮ ਕੁਆਂਟਿਟੀ ਕਿਸੇ ਦੀ ਡਾਇਮੈਂਸ਼ਨਲ ਫਾਰਮੂਲਾ ਕਿਸੇ ਆਮ ਕੁਆਂਟਿਟੀ ਦਾ ਲਿਖਦੇ ਆ, ਇਹਦੇ ਵਿੱਚ ਐਮ ਦੀ ਕੋਈ ਪਾਵਰ ਸਪੋਜ਼ ਏ ਹੈ, ਐਲ ਕੋਈ ਪਾਵਰ ਬੀ ਲੈ ਕੇ ਆਉਂਦਾ ਹੈ, ਟੀ ਕੋਈ ਪਾਵਰ ਸੀ ਲੈ ਕੇ ਆਉਂਦਾ ਹੈ। ਇਹ ਕੀ ਬਣ ਗਿਆ? ਡਾਇਮੈਂਸ਼ਨਲ ਫਾਰਮੂਲਾ ਉਹ ਕੁਆਂਟਿਟੀ ਦਾ ਜਿਹਦੇ ਵਿੱਚ ਐਮ ਐਂਟਰਸ ਵਿਦ ਪਾਵਰ ਏ, L enters with power B, T enters with power C। M ਕੀ ਹੈ? fundamental unit of mass, L is the fundamental unit of length, T is the fundamental unit of time। ਤੁਹਾਨੂੰ ਦੱਸਿਆ ਸੀਗਾ ਵੀ ਜਿਵੇਂ ਮੈਂ ਇੱਕ ਐਗਜ਼ਾਮਪਲ ਲਈ ਸੀ, ਮੇਰੀ ਹਾਈਟ 6 ਫੀਟ ਜਾਂ 72 ਇੰਚ ਇੱਕੋ ਹੀ ਗੱਲ ਹੈ। ਜਦੋਂ ਮੈਂ 6 ਫੀਟ ਦੱਸਦਾ, ਮੈਂ ਪਹਿਲੇ ਯੂਨਿਟ ਦੇ ਵਿੱਚ ਦੱਸ ਰਿਹਾ, ਪਹਿਲੇ ਯੂਨਿਟ, ਫਸਟ ਟਾਈਪ ਆਫ ਯੂਨਿਟ। ਮੇਰੇ ਕੋਲ ਇੱਕ ਦੂਜੀ ਆਪਸ਼ਨ ਹੈ, ਮੈਂ ਉਹਨੂੰ ਇੰਚਾਂ ਦੇ ਵਿੱਚ ਵੀ ਦੱਸ ਸਕਦਾ। ਇਹਦਾ ਮਤਲਬ ਮੇਰੇ ਕੋਲ ਇੱਕ ਸੈਕਿੰਡ ਆਪਸ਼ਨ ਹੈ। ਡਾਇਮੈਂਸ਼ਨਲ ਫਾਰਮੂਲਾ ਉਸ ਕੁਆਂਟਿਟੀ ਦਾ ਯੂਨਿਟ ਹੁੰਦਾ। ਯੂਨਿਟ ਨੂੰ ਅਸੀਂ ਐਵੇਂ ਐਕਸਪ੍ਰੈਸ ਕਰਦੇ ਹਾਂ। ਯੂਨਿਟ ਸਾਡਾ 1 ਵੀ ਹੋ ਸਕਦਾ ਅਤੇ ਯੂਨਿਟ ਸਾਡਾ 2 ਵੀ ਹੋ ਸਕਦਾ ਹੈ। ਇਸ ਕਰਕੇ ਜਿਹੜਾ ਮੈਂ ਪੈਰ 'ਚ 1 1 1 ਲਿਖਿਆ, ਇਹਦਾ ਮਤਲਬ ਮੈਂ ਜਦੋਂ ਇੱਕ ਸਿਸਟਮ ਪਹਿਲੇ ਸਿਸਟਮ ਦੇ ਮੁਤਾਬਕ ਯੂਨਿਟ ਲੈ ਰਿਹਾ, ਜੇ ਮੈਂ ਦੂਜੇ ਸਿਸਟਮ ਦੇ ਮੁਤਾਬਕ ਯੂਨਿਟ ਲਵਾਂ ਤਾਂ ਮੈਂ ਕੀ ਲਿਖੂੰਗਾ? ਕੁਆਂਟਿਟੀ ਉਹੀ ਹੈ, ਯੂਨਿਟ ਉਹੀ ਹੈ, ਤਾਂ ਏ ਪਾਵਰ 19 ਆਏਗੀ, ਐਲ ਵਿਦ ਪਾਵਰ ਬੀ, ਟੀ ਵਿਦ ਪਾਵਰ ਸੀ। ਇਹ ਯੂਨਿਟ ਬਣ ਗਿਆ ਉਹੀ ਕੁਆਂਟਿਟੀ ਦਾ, ਕਿਉਂਕਿ ਏ ਬੀ ਸੀ। ਜੇ ਮੈਂ ਦੂਜੇ ਸਿਸਟਮ ਦੇ ਵਿੱਚ ਇਹਦੀ ਯੂਨਿਟ ਲਿਖਣਾ ਹੈ, ਦੂਜਾ ਯੂਨਿਟ ਕੀ ਹੈ? 2 ਸੈਕਿੰਡ, ਪੈਰ ਦੇ ਵਿੱਚ 2 ਲਿਖਾਂਗੇ। Therefore, we can express dimensional formula unit either ਪਹਿਲਾ ਸਿਸਟਮ ਜਾਂ ਫਿਰ ਦੂਜਾ ਸਿਸਟਮ। ਜਦੋਂ ਅਸੀਂ ਇੱਕ ਯੂਨਿਟ ਚੂਜ਼ ਕਰਦੇ ਹਾਂ ਉਦੋਂ N1, ਹੁਣ ਜੇ ਆਪਾਂ ਜਿਹੜਾ U1 ਹੈ ਇਹਦੀ ਜਗ੍ਹਾ 'ਤੇ ਅਸੀਂ ਆਹ ਜਿਹੜਾ ਬ੍ਰੈਕਟ ਦੇ ਅੰਦਰ ਲਿਖਿਆ ਅਸਲ 'ਚ ਕੀ ਹੈ? ਇਹ U1 ਹੈ। ਅਤੇ ਜਿਹੜਾ ਮੈਂ ਆਹ ਚੀਜ਼ ਲਿਖੀ ਹੈ, ਆਹ ਜਿਹੜੀ ਬ੍ਰੈਕਟ ਹੈ, ਅਸਲ 'ਚ ਇਹ ਸਾਰੀ ਦਾ ਮਤਲਬ ਕੀ ਹੈ? ਕੋਈ U2 ਹੈ। ਹੁਣ ਜੇ ਅਸੀਂ ਇਨ ਟਰਮਜ਼ ਆਫ ਐਮ ਐਲ ਅਤੇ ਟੀ ਕਿਊ ਲਿਖਣਾ ਹੋਵੇ ਤਾਂ ਮੈਨੂੰ ਐਵੇਂ ਲਿਖਾਂਗਾ N1 ਇਟ ਇਜ਼ M1A L1B T1C। ਅਤੇ ਜੇ ਮੈਂ ਇਹਨੂੰ N2 U2 ਲਿਖਾਂਗਾ ਤਾਂ N2 U2 ਦੀ ਥਾਂ 'ਤੇ ਲਿਖੂੰਗਾ ਮੈਂ M2A L2B T2C। ਇਹਦਾ ਮਤਲਬ ਜਿਹੜੀ ਕੋਈ ਕੁਆਂਟਿਟੀ ਹੈ ਉਹਦੀ ਪਮੈਸ਼ ਐਵੇਂ ਜਾਂ ਐਵੇਂ ਅਸੀਂ ਲਿਖ ਸਕਦੇ ਹਾਂ। ਅਸੀਂ N1 ਨੂੰ ਜੇ ਪਤਾ ਕਰਨਾ ਜਾਂ N2 ਨੂੰ ਪਤਾ ਕਰਨਾ, ਅਸੀਂ N2 ਨੂੰ ਮੰਨ ਲਓ ਸਾਨੂੰ ਕਿਹਾ ਗਿਆ ਵੀ N2 ਪਤਾ ਕਰੋ, ਤਾਂ ਕੀ ਹੋ ਜਾਏਗਾ? N1 N2 ਇੱਧਰ ਰੱਖਾਂਗੇ, ਆਹ ਸਾਰੀ ਬ੍ਰੈਕਟ ਨੂੰ ਅਸੀਂ ਹੇਠਾਂ ਲੈ ਆਵਾਂਗੇ, ਇਹ ਬਣ ਜਾਏਗਾ M1A L1B T1C। ਜਿਹੜੀ ਆਹ ਸਾਰੀ ਬ੍ਰੈਕਟ ਹੇਠਾਂ ਆ ਜਾਏਗੀ M2A L2B T2C। ਔਰ ਇਹਨੂੰ ਅਸੀਂ ਐਵੇਂ ਲਿਖਾਂਗੇ, M ਅਤੇ M2 ਉੱਪਰ ਥੱਲੇ ਨੇ, ਦੋਨਾਂ ਦੀਆਂ ਪਾਵਰਾਂ ਸੇਮ ਨੇ, ਅਸੀਂ ਇਹਨੂੰ ਐਵੇਂ ਲਿਖ ਸਕਦੇ ਹਾਂ। ਇਸੇ ਤਰ੍ਹਾਂ ਹੀ L1 ਬਟਾ L2 ਨੂੰ ਅਸੀਂ ਐਵੇਂ ਲਿਖ ਸਕਦੇ ਹਾਂ। ਇਸੇ ਤਰ੍ਹਾਂ ਹੀ T1 ਬਟਾ T2 ਨੂੰ ਅਸੀਂ ਐਵੇਂ ਲਿਖ ਸਕਦੇ ਹਾਂ। Therefore N2 ਜੇ ਅਸੀਂ ਪਤਾ ਕਰਨਾ, ਅਸੀਂ ਇਸ ਫਾਰਮੂਲੇ ਤੋਂ ਪਤਾ ਕਰਾਂਗੇ। ਜੇ ਅਸੀਂ N1 ਪਤਾ ਕਰਨਾ ਤਾਂ ਕੁਦਰਤੀ M2 ਉੱਪਰ ਚਲਾ ਜਾਏਗਾ। ਤਾਂ ਜੇ ਅਸੀਂ N1 ਪਤਾ ਕਰਨਾ ਹੈ ਤਾਂ ਇਹ ਕੀ ਹੋ ਜਾਏਗਾ? N2 M2 upon M1A L2 upon L1B T2 upon T1C। Therefore ਸਾਡੇ ਕੋਲ N2 ਲਈ ਪਤਾ ਕਰਨ ਲਈ ਕਿਹੜੇ ਫਾਰਮੂਲੇ ਨੂੰ ਵਰਤਾਂਗੇ? ਇਸ ਨੂੰ M1, ਮੈਂ ਇਹਨੂੰ ਦੁਬਾਰਾ ਹੀ ਲਿਖ ਰਿਹਾ ਤੁਹਾਡੀ ਜਾਣਕਾਰੀ ਲਈ ਵੀ ਕੋਈ ਭੁਲੇਖਾ ਨਾ ਲੱਗੇ। L1 upon L2B T1 upon T2C। ਹੁਣ ਅਸੀਂ ਇੱਕ ਐਗਜ਼ਾਮਪਲ ਕਰਦੇ ਹਾਂ, ਪਹਿਲਾਂ ਵੀ ਅਸੀਂ ਕੀਤੀ ਸੀ। ਲਓ ਕਨਵਰਟ, ਸਾਨੂੰ ਇੱਕ ਐਗਜ਼ਾਮਪਲ ਦਿੱਤੀ ਜਾਂਦੀ ਹੈ, ਕਨਵਰਟ 1 joule into
अर्ग्स ਸਾਨੂੰ ਤੁਹਾਨੂੰ ਬਾਅਦ 'ਚ ਪਤਾ ਲੱਗੇਗਾ ਵੀ ਜਿਹੜਾ ਜਾਊਲ ਤੇ ਅਰਗ ਨੇ, ਜਿਹੜਾ ਜਾਊਲ ਐਂਡ ਅਰਗ ਕਿਹੜੀ ਕੁਆਂਟੀਟੀ ਦੇ ਯੂਨਿਟ ਨੇ, ਆਰ ਦਾ ਯੂਨਿਟਸ ਆਫ ਵਰਕ। ਇਹਦਾ ਮਤਲਬ ਜਿਹੜੀ ਕੁਆਂਟੀਟੀ ਦੀ ਇੱਥੇ ਗੱਲ ਹੋ ਰਹੀ ਹੈ ਉਹ ਵਰਕ ਹੈ, ਇਸ ਕਰਕੇ ਯੂਨਿਟ ਸਾਨੂੰ ਵਰਕ ਦੇ ਲਿਖਣੇ ਪੈਣਗੇ। ਯੂਨਿਟ ਆਫ ਵਰਕ ਦਾ ਮਤਲਬ ਸਾਨੂੰ ਵਰਕ ਦਾ ਡਾਇਮੈਂਸ਼ਨਲ ਫਾਰਮੂਲਾ ਲਿਖਣਾ ਪਏਗਾ। ਤਾਂ ਯੂਨਿਟ ਆਫ ਵਰਕ ਕੀ ਹੋਏਗਾ, ਡਾਇਮੈਂਸ਼ਨਲ, ਮੈਂ ਸ਼ਾਰਟ ਦੇ ਵਿੱਚ DIM ਲਿਖ ਲਿਆ, ਡਾਇਮੈਂਸ਼ਨਲ ਫਾਰਮੂਲਾ ਆਫ ਵਰਕ। ਜੇ ਤੁਸੀਂ ਪਿੱਛੇ ਆਪਣਾ ਦੇਖੋਗੇ ਵਰਕ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੁੰਦੀ ਹੈ, ਵਰਕ ਹੁੰਦਾ ਫੋਰਸ ਇਨਟੂ ਡਿਸਪਲੇਸਮੈਂਟ, ਫੋਰਸ ਇਨਟੂ ਡਿਸਪਲੇਸਮੈਂਟ। ਤਾਂ ਇਹ ਬਣ ਜਾਏਗਾ ML2 T-2। ਕਿਉਂਕਿ ਕਿਵੇਂ ਆਇਆ, ਕਿਉਂਕਿ ਜਿਹੜਾ ਵਰਕ ਹੁੰਦਾ ਇਹ ਹੁੰਦਾ ਫੋਰਸ ਇਨਟੂ ਡਿਸਪਲੇਸਮੈਂਟ ਜਾਂ ਡਿਸਟੈਂਸ। ਤਾਂ ਫੋਰਸ ਕੀ ਹੁੰਦੀ ਹੈ MLT-2, ਡਿਸਟੈਂਸ ਕੀ ਹੁੰਦੀ ਹੈ L। ਇਸ ਕਰਕੇ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਬਣ ਗਿਆ ML2T-2। ਹੁਣ ਯੂਨਿਟ ਆਫ ਵਰਕ ਅਸੀਂ ਲਿਖਾਂਗੇ ਯੂਨਿਟ ਆਫ ਵਰਕ ਇਨ ਫਸਟ ਸਿਸਟਮ। ਪਹਿਲੇ ਸਿਸਟਮ ਦੇ ਵਿੱਚ ਤੁਹਾਨੂੰ ਕੋਈ ਕਵੇ ਯੂਨਿਟ ਲਿਖੋ ਤਾਂ ਸਿਰਫ ਕੀ ਕਰਨਾ ਹੈ, M ਦੇ ਪੈਰ ਦੇ ਵਿੱਚ 1 ਲਿਖ ਦੇਣਾ, L ਦੇ ਪੈਰ ਦੇ ਵਿੱਚ 1, ਕਿਉਂਕਿ ਪਾਵਰ ਤਾਂ ਇੱਥੇ 1 ਹੈ, ਉਹਨੂੰ ਪਾਵਰਾਂ ਉਵੇਂ ਲਿਖੀ ਜਾਣੀਆਂ ਨੇ। T ਦੇ ਪੈਰ ਦੇ ਵਿੱਚ 1 ਲਿਖੇ ਪਾਵਰ 2, ਇਹ ਬਣ ਗਿਆ, ਇਹ ਵਰਕ ਦਾ ਡਾਇਮੈਂਸ਼ਨਲ ਫਾਰਮੂਲਾ ਸੀ, ਉਹੀ ਇਹਦਾ ਯੂਨਿਟ ਹੁੰਦਾ। ਪਹਿਲੇ ਸਿਸਟਮ 'ਚ ਵਰਕ ਦਾ ਲਿਖਣ ਲਈ, ਯੂਨਿਟ ਲਿਖਣ ਲਈ ਕੀ ਕੀਤਾ, ਸਿਰਫ ਅਸੀਂ ਪੈਰ ਦੇ ਵਿੱਚ 1 ਲਿਖ ਲਿਆ। ਇਸੇ ਤਰ੍ਹਾਂ ਹੀ ਯੂਨਿਟ ਆਫ ਵਰਕ ਇਨ ਸੈਕਿੰਡ ਸਿਸਟਮ, ਦੂਸਰੇ ਸਿਸਟਮ ਦੇ ਵਿੱਚ, ਇਨ ਸੈਕਿੰਡ ਸਿਸਟਮ ਇਹ ਕੀ ਹੋਏਗਾ, ਉਹੀ ਫਾਰਮੂਲਾ, ਯੂਨਿਟ ਉਹੀ ਹੈ ML2T-2, ਪਰ ਅਸੀਂ ਦੂਜੇ ਸਿਸਟਮ 'ਚ ਲਿਖ ਰਹੇ ਹਾਂ ਤਾਂ ਪੈਰ ਦੇ ਵਿੱਚ ਅਸੀਂ 2 ਲਿਖ ਦਿਆਂਗੇ। ਅਸੀਂ ਕਰਨਾ ਕੀ ਹੈ, ਸਾਨੂੰ ਪੁੱਛਿਆ ਕੀ ਗਿਆ, ਸਾਨੂੰ ਪੁੱਛਿਆ ਗਿਆ ਵੀ ਦੱਸੋ ਇੱਕ ਜਾਊਲ ਦੇ ਵਿੱਚ ਹਾਊ ਮੈਨੀ ਕੁਐਸਚਨ ਮਾਰਕ, ਕਿੰਨੇ ਅਰਗ ਨੇ, ਹਾਊ ਮੈਨੀ ਅਰਗਸ। ਅਸੀਂ ਮੰਨ ਲੈਂਦੇ ਹਾਂ ਵੀ ਇੱਕ ਜਾਊਲ ਦੇ ਵਿੱਚ Y ਅਰਗਸ ਨੇ, Y ਅਰਗ, ਉਹਦੀ ਕੋਈ ਕੁਛ ਹੋਏਗਾ, ਜਿਵੇਂ ਅਸੀਂ ਕਿਹਾ ਸੀਗਾ ਵੀ ਮੰਨ ਲਓ Y ਦੀ ਵੈਲਿਊ ਅਸੀਂ ਪਤਾ ਕਰਨੀ ਹੈ। ਅਸਲ 'ਚ ਕੀ ਹੈ ਇਹ N1U1 N2U2, N1 ਸਾਨੂੰ 1 ਦਿੱਤਾ ਹੋਇਆ, N1 ਤਾਂ ਜਾਊਲ ਕੀ ਹੈ, ਦੇਖੋ ਮੈਨੂੰ ਕੀ ਲਿਖਾਂਗਾ, ਨੂੰ ਲਿਖਾਂਗਾ 1। ਜਾਊਲ ਕੀ ਹੈ, ਵਾਟ ਇਜ਼ ਜਾਊਲ, ਪਹਿਲੇ ਸਿਸਟਮ ਦੇ ਵਿੱਚ ਵਰਕ ਦਾ ਯੂਨਿਟ ਹੈ। ਪਹਿਲੇ ਸਿਸਟਮ ਦੇ ਵਿੱਚ ਵਰਕ ਦਾ ਯੂਨਿਟ ਕੀ ਹੈ, ਜਰਨਲ। ਜਾਊਲ ਨੂੰ ਅਸੀਂ ਲਿਖਾਂਗੇ M1 L12 T1-2, ਇਟ ਇਜ਼ ਇਕੁਅਲ ਟੂ N1U1 N2U2। N1 ਦੀ ਜਗ੍ਹਾ 'ਤੇ ਸਾਡੇ ਕੋਲ 1 ਆ ਗਿਆ, U1 ਦੀ ਜਗ੍ਹਾ 'ਤੇ ਸਾਡੇ ਕੋਲ ਜਾਊਲ ਦਾ ਵਰਕ ਦਾ ਜਰਨਲ ਫਾਰਮੂਲਾ ਆ ਗਿਆ। N2U2, N2 ਕੀ ਹੈ, Y ਹੈ, U2 ਕੀ ਹੈ, ਅਰਗ ਛੋਟਾ। ਦੂਜੇ ਸਿਸਟਮ ਦੇ ਵਿੱਚ ਯੂਨਿਟ ਕੀ ਬਣਦਾ ਹੈ, M2 L2-2 T2-2। ਅਸੀਂ ਕਿਹੜੇ ਇਕੁਏਸ਼ਨ ਨੂੰ ਵਰਤਿਆ, ਅਸੀਂ ਕਿਹਨੂੰ ਯੂਜ਼ ਕੀਤਾ, ਐਸ ਇਕੁਏਸ਼ਨ ਨੂੰ ਯੂਜ਼ ਕੀਤਾ, ਐਸ ਇਕੁਏਸ਼ਨ ਨੂੰ। ਵੀ ਕਿਸੇ ਵੀ ਕੁਆਂਟਿਟੀ ਦਾ ਜਿਹੜਾ ਤੋਲ ਹੈ, ਮੈਜ਼ਰ ਹੈ, ਉਹ ਯੂਨਿਟ ਦੇ ਨਾਲ ਬਦਲਦਾ ਨਹੀਂ। ਯੂਨਿਟ ਜਿਹੜਾ ਮਰਜ਼ੀ ਹੋਵੇ ਪਰ ਕੁਆਂਟਿਟੀ ਓਨੀ ਰਹਿੰਦੀ ਹੈ। ਇਸ ਕਰਕੇ N1U1 = N2U2। ਇਸੇ ਕਰਕੇ ਕੋਈ ਵਰਕ 1 ਜੌਲ ਹੁੰਦਾ ਹੈ, ਅੱਗ ਦੇ ਵਿੱਚ ਕਿੰਨੀ ਵੈਲਿਊ ਹੈ, Y ਅਰਗ ਹੈ, ਅਸੀਂ Y ਦੀ ਵੈਲਿਊ ਕੱਢਣੀ ਹੈ। ਮੈਂ ਪੈਰ ਦੇ ਵਿੱਚ ਗਲਤੀ ਨਾਲ 2 ਲਿਖ ਗਿਆ, ਉਹਨੂੰ ਕੱਟ ਰਿਹਾ ਇਹਨੂੰ। ਅਸਲ 'ਚ ਆਪਾਂ ਕਿਹਦੀ ਜਗ੍ਹਾ ਲਿਖਿਆ ਇਹ ਲਿਖਿਆ N1U1 N2U2। ਅਤੇ N1 ਦੀ ਵੈਲਿਊ ਕਿੰਨੀ ਹੈ, ਇੱਥੇ 1 ਹੈ। U1 ਕਿੰਨਾ ਹੈ, ਬ੍ਰੈਕਟ ਦੇ ਅੰਦਰ ਉਹਦਾ ਡਾਇਮੈਂਸ਼ਨਲ ਫਾਰਮੂਲਾ ਪਹਿਲੇ ਸਿਸਟਮ ਦੇ ਵਿੱਚ। N2 ਦੀ ਵੈਲਿਊ ਕਿੰਨੀ ਹੈ,
वाई U2 की है ये हुण फिर वाई किहदे बराबर होएगा वाई की वैल्यू की है इट इज़ ये बन जाएगा M1 अपॉन M2 उत्ते पावर 1 है L1 अपॉन L2 दी पावर 2 T1 अपॉन T2 दी पावर -2 ਇਹ ਅਸੀਂ ਸਾਰੀ ਸਿੱਧੀ ਇਸ ਇਕੁਏਸ਼ਨ ਤੋਂ ਵੀ ਡਾਇਰੈਕਟ ਲਿਖ ਸਕਦੇ ਸੀ ਅਸੀਂ ਕਹਿੰਦੇ ਵੀ ਜਿਹੜਾ N2 ਹੈ ਕੁਐਸਚਨ ਦੇ ਵਿੱਚ ਸਾਨੂੰ ਕੀ ਕਿਹਾ ਸੀਗਾ 1 ਜੌਲ 'ਚ ਕਿੰਨੇ ਆਰਗ ਹੁੰਦੇ ਆ y N2 ਦੀ ਵੈਲਿਊ ਕਿੰਨੀ ਸੀ N2 ਅਸੀਂ ਕਹਿੰਦੇ ਵੀ ਗਿਵਨ ਹੈ N1 ਇਜ਼ ਇਕੁਅਲ ਟੂ 1 N2 ਇਜ਼ ਇਕੁਅਲ ਟੂ ਅਸੀਂ y ਮੰਨ ਲਿਆ ਤੇ U1 ਕੀ ਹੈ ਜੌਲ ਪਹਿਲਾ ਸਿਸਟਮ U1 ਨੂੰ ਅਸੀਂ ਲਿਖਦੇ इट इज़ M1 L1 2 T-2 U2 की सीगा इट इज़ M2 L2 2 T-। ਅਸੀਂ ਇੱਥੇ ਹੁਣ ਕੀ ਕਰਨਾ ਹੈ ਇਸ ਇਕੁਏਸ਼ਨ ਨੂੰ ਅਸੀਂ ਦੂਸਰੇ ਪੇਜ ਤੇ ਲੈ ਕੇ ਜਾਣਾ ਹੈ ਸਿਰਫ ਅਸੀਂ ਕੀ ਕਰਨਾ ਹੈ M1 ਮਾਸ ਦਾ ਫੰਡਾਮੈਂਟਲ ਮਾਸ ਦਾ ਯੂਨਿਟ ਹੈ ਮਾਸ ਦਾ ਯੂਨਿਟ ਵੱਡੇ ਸਿਸਟਮ ਦੇ ਵਿੱਚ ਪਹਿਲੇ 'ਚ ਕੀ ਹੁੰਦਾ ਹੈ ਕਿਲੋਗ੍ਰਾਮ चलो मैं थोड़ी सहूलत लिए मैं दोबारा तो इक्वेशन अगले पेज से भी लिखदा है N2 साडे कोल फार्मूला असल की सी N2 मैं दोबारा तो वही फार्मूला दोबारा तो लिख रहा ए L1 अपॉन L2 दी पावर B T1 अपॉन T2 दी पावर C साडा इस न्यूमेरिकल दे विच N2 की जगह ते की आ गया y N1 की वैल्यू कितनी सी 1 ते M1 अपॉन M2 की कितनी पावर सी साडे कोले 1 क्योंकि वर्क लई M की पावर 1 है L1 अपॉन सॉरी N1 अपॉन L2 की पावर कितनी है L की पावर आउंदी है 2 T1 अपॉन T2 की पावर आउंदी है -2 ਹੁਣ ਅਸੀਂ ਬੜੇ ਧਿਆਨ ਦੇ ਨਾਲ ਵਾਟ ਇਜ਼ M1 ਫੰਡਾਮੈਂਟਲ ਯੂਨਿਟ ਆਫ ਮਾਸ ਇਨ ਫਸਟ ਸਿਸਟਮ ਵੱਡੇ ਸਿਸਟਮ ਦੇ ਵਿੱਚ ਮਾਸ ਕੀ ਕਾਹਦੇ 'ਚ ਮਿਲਦੇ ਆ ਕਿਲੋਗ੍ਰਾਮਾਂ ਦੇ ਵਿੱਚ 1 ਕਿਲੋਗ੍ਰਾਮ M2 ਕੀ ਹੈ ਸੈਕਿੰਡ ਸਿਸਟਮ ਦੇ ਵਿੱਚ ਛੋਟੇ ਸਿਸਟਮ ਦੇ ਵਿੱਚ ਵੈਲਿਊ ਇਹ ਕੀ ਹੈ 1 ਗ੍ਰਾਮ ਸਾਰੇ ਦੀ ਪਾਵਰ ਕਿੰਨੀ ਹੈ 1 ਕੀ ਹੈ L1 ਕੀ ਹੈ ਫੰਡਾਮੈਂਟਲ ਯੂਨਿਟ ਆਫ ਲੈਂਥ इन विगर सिस्टम इन मीटर 1 मीटर होंगे L2 की है छोटे सिस्टम के लैंथ का यूनिट इनू असीं सेंटीमीटर मिलते हैं स्केयर 2 T1 टाइम का यूनिट दोनों च ही 1 सैकेंड होंगे -2 हुण अगे की करना है जिहड़ियां ग्रामां किलोग्रामां आंदे असीं ग्राम बना लांगे 1000 ग्राम हेठां 1 ग्राम पावर साडे कोले 1 है आ मीटर के सेंटीमीटर बना लाँगे इट इज़ 100 सेंटीमीटर बटा 1 सेंटीमीटर दी पावर 2 है इत्थे असीं 1 सैकेंड उपर भी सैकेंड आए इत्थे भी सैकेंड इनू असीं कैंसल कर सकते हैं तो 1 रह गया 1 दी पावर -2 आ जी नाल जी कैंसल हो गया सेंटीमीटर नाल सेंटीमीटर कैंसल हो गया साडे कोल की आ गया पहली ब्रैकेट दे विच 1000 रह गया दूजी ब्रैकेट दे विच की रह गया 100 की पावर 2 1 की पावर जिन्नी मर्जी कर लीए वो 1 ही रहिंदी है तो साडे कोल बन गया 1000 100 की पावर 2 का मतलब 100 इंटू 100 ये कितनियां जीरो आ गई 3 ते 2 5 ते 2 7 एक दे नाल 1 2 3 4 5 6 7 तो इनू लिखते किवें आ ਜਦੋਂ ਇਸ ਤਰ੍ਹਾਂ ਇੱਕ ਤੋਂ ਬਾਅਦ ਸਾਰੀਆਂ ਜ਼ੀਰੋ ਹੋਣ ਪਹਿਲਾਂ 10 ਪਾ ਲਓ ਉਹਦੇ ਉੱਪਰ ਕਿੰਨਾ ਨੰਬਰ ਲਿਖਾਂਗੇ ਜਿੰਨੀਆਂ ਜ਼ੀਰੋ ਹੋਣ 10 ਰੇਜ਼ ਟੂ ਪਾਵਰ 7 ਕਿਹਦੀ ਵੈਲਿਊ ਆ ਗਈ ਇਹ y ਇਜ਼ ਇਕੁਅਲ ਟੂ 10 ਦੀ ਪਾਵਰ 7 ਅਸੀਂ ਕੀ ਦੇਖ ਰਹੇ ਸੀ ਇਕੁਏਸ਼ਨ ਕਿੱਥੋਂ ਸ਼ੁਰੂ ਕੀਤੀ ਸੀ ਅਸੀਂ ਕਿਹਾ ਸੀ ਇੱਥੇ ਕਿਹਾ ਸੀ ਵੀ 1 ਜੌਲ ਦੇ ਵਿੱਚ ਕਿੰਨੇ ਅਰਗ ਨੇ ਉਹ ਕੱਢਣੇ ਸੀ ਅਸੀਂ ਸਪੋਜ਼ ਕਰ ਲਿਆ ਸੀ ਮੰਨ ਲਿਆ ਸੀ ਵੀ ਲੈਟ ਇਨ 1 ਜੌਲ ਦੇਰ ਆਰ y ਅਰਗਸ therefore ਅਸੀਂ ਕਹਾਂਗੇ therefore 1 joule is equal to how many args y arg ਦਾ ਮਤਲਬ y ਦੀ ਵੈਲਿਊ 10 ਦੀ ਪਾਵਰ 7 ਕੱਢ ਲਈ therefore ਸਾਡੇ ਕੋਲ ਇੱਕ ਕਨਵਰਸ਼ਨ ਆ ਗਈ
ਦਿਸ ਇਜ਼ ਹਾਓ ਸਾਨੂੰ ਡਾਇਮੈਂਸ਼ਨਲ ਫਾਰਮੂਲਾ ਜਿਹੜਾ ਡਾਇਮੈਂਸ਼ਨਲ ਐਨਾਲਿਸਿਸ ਹੈ ਉਹਦੇ ਵਿੱਚ ਸਾਨੂੰ ਅਸੀਂ ਪਤਾ ਲਾ ਲਿਆ ਵੀ ਜੌਲ ਦੇ ਵਿੱਚ ਕਿੰਨੇ ਅਰਗ ਹੁੰਦੇ ਆ। ਇਹ ਇੱਕ ਐਪਲੀਕੇਸ਼ਨ ਹੈ ਬੇਟੇ ਵੀ ਅਸੀਂ ਕਿਵੇਂ ਇੱਕ ਸਿਸਟਮ ਦੇ ਵਿੱਚ ਸਾਨੂੰ ਕਿਸੇ ਕੁਆਂਟਿਟੀ ਦਾ ਪਤਾ ਹੋਵੇ ਅਸੀਂ ਉਹਨੂੰ ਦੂਜੇ ਸਿਸਟਮ ਦੇ ਵਿੱਚ ਕਿਵੇਂ ਕਨਵਰਟ ਕਰਕੇ ਲੈ ਕੇ ਜਾਣਾ, ਜਿਵੇਂ ਅਸੀਂ ਜੌਲ ਨੂੰ ਅਸੀਂ ਅਰਗ ਦੇ ਵਿੱਚ ਕਿਵੇਂ ਕਨਵਰਟ ਕੀਤਾ। ਇਹ ਪਹਿਲੀ ਐਪਲੀਕੇਸ਼ਨ ਹੈ। ਚਲੋ ਅਗਲੀ ਜਿਹੜਾ ਯੂਜ਼ਸ ਹੈ ਉਹ ਹੈਗਾ, ਅਸੀਂ ਦੂਸਰਾ ਇਹਦਾ ਯੂਜ਼ ਲਿਖਿਆ ਸੀ ਟੂ ਚੈੱਕ ਕਰੈਕਟਨੈਸ ਆਫ ਏ ਗਿਵਨ ਰਿਲੇਸ਼ਨ। ਟੂ ਚੈੱਕ correctness of a given physical relation ਜਾਂ ਅਸੀਂ ਕਹੀਏ ਕੋਈ ਫਾਰਮੂਲਾ ਦਿੱਤਾ ਹੋਇਆ ਫਾਰਮੂਲਾ। ਇਹ ਜਿਹੜੀ ਚੈੱਕ ਕਰਦੇ ਹਾਂ ਕਰੈਕਟਨੈਸ, ਇਹਦੇ ਲਈ ਇੱਕ ਪ੍ਰਿੰਸੀਪਲ ਹੈ। ਉਸ ਸਿਧਾਂਤ ਨੂੰ ਅਸੀਂ ਪ੍ਰਿੰਸੀਪਲ ਆਫ ਹੋਮੋਜੈਨਿਟੀ GENEITY ਜੈਨਿਟੀ ਆਫ ਡਾਇਮੈਂਸ਼ਨਸ। ਇਹ ਪ੍ਰਿੰਸੀਪਲ ਜਿਹੜਾ ਸਿਧਾਂਤ ਹੈ ਹੋਮੋਜੈਨਿਟੀ ਆਫ ਡਾਇਮੈਂਸ਼ਨਸ ਦਾ, ਅਸੀਂ ਇਹਨੂੰ ਸਹੀ ਮੰਨ ਕੇ ਚੈੱਕ ਕਰਦੇ ਹਾਂ ਕਰੈਕਟਨੈਸ। ਇਹ ਕੀ ਕਹਿੰਦਾ ਹੈ, ਇਹ ਪ੍ਰਿੰਸੀਪਲ ਕੀ ਕਹਿੰਦਾ ਵੀ ਜੇ ਕੋਈ ਫਾਰਮੂਲਾ ਕੋਈ ਵੀ ਫਿਜ਼ੀਕਲ ਰਿਲੇਸ਼ਨ, ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਦੱਸਦਾ, ਇਹ ਕਹਿੰਦਾ ਹੈ ਕਿ ਕੋਈ ਵੀ ਜਿਹੜਾ ਫਿਜ਼ੀਕਲ ਰਿਲੇਸ਼ਨ ਜਾਂ ਜਿਹੜਾ ਕੋਈ ਫਿਜ਼ੀਕਲ ਫਾਰਮੂਲਾ ਜੇ ਉਹ ਸਹੀ ਹੋਏਗਾ ਫਾਰ ਐਨੀ ਫਿਜ਼ੀਕਲ ਰਿਲੇਸ਼ਨ ਟੂ ਬੀ ਟਰੂ ਔਰ ਕਰੈਕਟ, ਦੈਨ ਕੀ ਹੋਏਗਾ, dimensions of m on both sides, l on both sides and t on both sides must be same। ਇਹਦੇ ਮੁਤਾਬਕ ਇਹ ਹੈ ਵੀ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਅਸੀਂ ਕਹਿੰਦੇ ਹਾਂ, ਮੰਨ ਲਓ ਕੋਈ ਰਿਲੇਸ਼ਨ ਹੈ ਫੋਰਸ ਇਜ਼ ਇਕੁਅਲ ਟੂ, ਅਸੀਂ ਕਹਿੰਦੇ ਹਾਂ F ਇਜ਼ ਇਕੁਅਲ ਟੂ M ਇੰਟੂ A। ਇੱਕ ਤੁਹਾਨੂੰ T ਇਜ਼ ਇਕੁਅਲ ਟੂ 2πL/G, ਆ ਕੋਈ ਹੋਰ ਰਿਲੇਸ਼ਨ ਹੈ। ਅਸੀਂ ਕਹਿੰਦੇ ਹਾਂ ਵੀ ਜਿਹੜਾ ਕਾਈਨੈਟਿਕ ਐਨਰਜੀ ਹੈ ਇਟ ਇਜ਼ ਇਕੁਅਲ ਟੂ ਹਾਫ mv²। ਹੋਰ ਬਹੁਤ ਸਾਰੇ ਫਾਰਮੂਲੇ ਨੇ। ਤਾਂ ਜੇ ਇਹ ਸਹੀ ਹੈ ਤਾਂ ਫੋਰਸ ਦੀਆਂ ਲਈ ਜਿਹੜੀਆਂ ਡਾਇਮੈਂਸ਼ਨਸ ML ਅਤੇ T ਦੀਆਂ ਹੋਣਗੀਆਂ ਉਹ ਇਸ ਪਾਸੇ ਦੀਆਂ ML ਅਤੇ T ਦੀਆਂ ਡਾਇਮੈਂਸ਼ਨਾਂ ਦੇ ਆਪਸ ਦੇ ਵਿੱਚ ਬਰਾਬਰ ਹੋਣਗੀਆਂ। ਇਸ ਪਾਸੇ M ਦੀਆਂ ਡਾਇਮੈਂਸ਼ਨਸ ਇਸ ਪਾਸੇ M ਦੀਆਂ ਡਾਇਮੈਂਸ਼ਨ ਦੇ ਬਰਾਬਰ ਹੋਣਗੀਆਂ। ਇਸ ਪਾਸੇ ਜਿਹੜੀਆਂ L ਦੀਆਂ ਡਾਇਮੈਂਸ਼ਨਸ ਨੇ ਉਹ L ਦੀਆਂ ਡਾਇਮੈਂਸ਼ਨਾਂ ਦੇ ਬਰਾਬਰ ਹੋਣਗੀਆਂ। ਇਸ ਪਾਸੇ ਜਿਹੜੀਆਂ T ਦੀਆਂ ਡਾਇਮੈਂਸ਼ਨਾਂ ਨੇ ਇਸ ਪਾਸੇ T ਦੀਆਂ ਡਾਇਮੈਂਸ਼ਨਾਂ ਦੇ ਬਰਾਬਰ ਹੋਣਗੀਆਂ। ਇਹ ਸਾਨੂੰ ਕੌਣ ਦੱਸਦਾ ਹੈ, ਪ੍ਰਿੰਸੀਪਲ ਆਫ ਹੋਮੋਜੈਨਿਟੀ। ਹੋਮੋਜੈਨਿਟੀ ਦਾ ਮਤਲਬ ਸਮਾਨਤਾ, ਇੱਕੋ ਜਿਹਾ ਹੋਣਾ ਡਾਇਮੈਂਸ਼ਨਾਂ ਦਾ। ਹੋਮੋ ਮੀਨਜ਼ ਸੇਮ, ਜੈਨਿਟੀ ਹੋਮੋਜੈਨਿਟੀ ਆਫ ਡਾਇਮੈਂਸ਼ਨਸ। ਇਹਨੂੰ ਅਸੀਂ ਬੋਲ ਕੇ ਕਹਿਣਾ ਹੋਵੇ ਫਾਰ ਐਨੀ ਫਿਜ਼ੀਕਲ ਰਿਲੇਸ਼ਨ ਟੂ ਬੀ ਕਰੈਕਟ, dimensions of fundamental unit of mass on both sides, dimensions of fundamental unit of length on both sides, and dimensions of fundamental unit of time on both sides will be same। ਇਸ ਪ੍ਰਿੰਸੀਪਲ ਦੇ ਬੇਸਡ ਅਸੀਂ ਇੱਕ ਐਗਜ਼ਾਮਪਲ ਕਰਦੇ ਹਾਂ। ਉਸ ਐਗਜ਼ਾਮਪਲ ਦੇ ਅੰਦਰ ਸਾਨੂੰ ਸਪੋਜ਼ ਕਿਹਾ ਜਾਂਦਾ ਹੈ ਵੀ ਚੈੱਕ ਸਾਨੂੰ ਕਿਹਾ ਜਾਂਦਾ ਹੈ, ਇੱਕ ਸਾਨੂੰ ਪ੍ਰੋਬਲਮ ਦਿੱਤੀ ਜਾਂਦੀ ਹੈ ਚੈੱਕ correctness of T is equal to 2πL/G। ਇਹ ਹੈਗਾ this formula,
is about time period of simple pendulum ਇਹ ਕੋਈ ਜ਼ਰੂਰੀ ਨਹੀਂ ਤੁਹਾਨੂੰ ਆਹ ਜਿਹੜੀ ਚੀਜ਼ ਦੱਸੀ ਹੋਵੇ, ਸਿਰਫ ਤੁਹਾਨੂੰ ਆਹ ਚੀਜ਼ ਦਿੱਤੀ ਹੋਏਗੀ, ਆਹ ਤੁਸੀਂ ਸਿਰਫ ਇੰਨੀ ਚੀਜ਼ ਤੋਂ ਇਹ ਪ੍ਰਿੰਸੀਪਲ ਦੀ ਹੈਲਪ ਦੇ ਨਾਲ ਚੈੱਕ ਕਰਨਾ ਵੀ ਕੀ ਇਹ ਫਾਰਮੂਲਾ ਸਹੀ ਹੈ। ਹਾਂ, ਇਹਦੇ ਅੰਦਰਲੀਆਂ ਜਿਹੜੀਆਂ ਕੁਆਂਟੀਟੀਜ਼ ਨੇ, ਜਿਵੇਂ ਇਸ ਪਾਸੇ ਤੁਹਾਨੂੰ ਦੱਸਿਆ ਹੈ ਵੀ ਟੀ ਸਟੈਂਡਸ ਫਾਰ ਟਾਈਮ, 2 ਕੋਈ ਕਾਂਸਟੈਂਟ ਹੈ, ਪਾਈ ਕਾਂਸਟੈਂਟ ਹੈ, L stands for length, G stands for acceleration due to gravity। ਜਦੋਂ ਤੁਹਾਨੂੰ ਕੋਈ ਦੇਗਾ ਉਹ ਤੁਹਾਨੂੰ ਦੱਸੇਗਾ ਵੀ T ਕੀ ਹੈ, ਟਾਈਮ ਪੀਰੀਅਡ ਹੈ, ਇਹ ਤੁਹਾਨੂੰ ਗਿਵਨ ਹੋਏਗੀ ਇਨਫੋਰਮੇਸ਼ਨ, ਤਾਂ ਹੀ ਤੁਸੀਂ ਕਰ ਸਕੋਗੇ। L is length, ਤੁਹਾਨੂੰ ਕਿਹਾ ਹੋਏਗਾ what is G, it is acceleration due to gravity। ਆਹ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕੀਤੀ ਹੋਏਗੀ। ਹੁਣ ਅਸੀਂ ਜਦੋਂ ਵੀ ਸ਼ੁਰੂ ਕਰਾਂਗੇ ਅਸੀਂ ਕਹਾਂਗੇ, ਅਸੀਂ ਇਹਦਾ ਵੇਰਵਾ ਦੇਵਾਂਗੇ, ਅਸੀਂ ਕਹਾਂਗੇ ਫਾਰ ਐਨੀ ਰਿਲੇਸ਼ਨ ਟੂ ਬੀ ਟਰੂ ਕੀ ਹੋਣਾ ਚਾਹੀਦਾ ਹੈ, ਪ੍ਰਿੰਸੀਪਲ ਆਫ ਹੋਮੋਜੈਨਿਟੀ ਆਫ ਡਾਇਮੈਂਸ਼ਨਸ ਮਸਟ ਬੀ ਸੈਟਿਸਫਾਈਡ। ਇਹਦੇ ਮੁਤਾਬਕ dimensions of m on both sides, dimensions of L on both sides, dimensions of T on both sides must be equal। ਇਸ ਕਰਕੇ ਇਹ ਚੈੱਕ ਕਰਨ ਦੇ ਲਈ ਸਾਨੂੰ ਕੀ ਲਿਖਣਾ ਪਏਗਾ, ਰਿਲੇਸ਼ਨ ਨੂੰ ਅਸੀਂ ਰਿਲੇਸ਼ਨ ਨੰਬਰ 1 ਲਿਖ ਲੈਂਦੇ ਹਾਂ। ਟੂ ਚੈੱਕ correctness of relation 1, let us express, right नहीं ਅਸੀਂ ਲਿਖਾਂਗੇ let us express it in the form of M, L and T। ਇਹ ਕੀ ਨੇ, in terms of fundamental unit of mass, fundamental unit of length, fundamental unit of time। ਇਹਦੇ ਲਈ ਟੀ ਨੂੰ ਕੌਣ ਰਿਪਲੇਸ ਕਰੇਗਾ, ਕਿਉਂਕਿ ਟੀ ਟਾਈਮ ਹੈ, ਮੈਂ ਇਹਨੂੰ ਰੀਰਾਈਟ ਕਰਦਾ, ਰੀਰਾਈਟਿੰਗ ਇਕੁਏਸ਼ਨ 1, ਜਿੱਥੇ ਟੀ ਹੈ ਮੈਂ ਉੱਥੇ ਉਹਦਾ ਫਾਰਮੂਲਾ ਫੰਡਾਮੈਂਟਲ ਯੂਨਿਟ ਲਿਖ ਦੂੰਗਾ। 2 ਇਜ਼ ਏ ਕਾਂਸਟੈਂਟ, ਇਹਦਾ ਕੋਈ ਫਾਰਮੂਲਾ ਨਹੀਂ, ਡਿਮੈਂਸ਼ਨਲ ਫਾਰਮੂਲਾ ਨਹੀਂ ਹੈਗਾ, ਪਾਈ ਡਿਮੈਂਸ਼ਨਲ ਫਾਰਮੂਲਾ ਨਹੀਂ ਹੈਗਾ। ਜਿਹੜਾ ਅੰਡਰ ਰੂਟ ਹੈ ਉੱਪਰ, ਅੰਡਰ ਰੂਟ ਦੇ ਅੰਦਰ ਕੀ ਹੈ, ਲੈਂਥ, L ਦੀ ਜਗ੍ਹਾ 'ਤੇ ਮੈਂ ਕੈਪੀਟਲ L ਲਿਖ ਲਿਆ। G ਕੀ ਹੈ, ਐਕਸਲੇਸ਼ਨ ਹੈ, ਇਹਦਾ ਫਾਰਮੂਲਾ ਡਿਮੈਂਸ਼ਨਲ ਫਾਰਮੂਲਾ ਕੀ ਹੁੰਦਾ ਹੈ, LT - 2। ਇੱਕ L ਨਾਲ ਇੱਕ L ਕੈਂਸਲ ਹੋ ਗਈ, ਰੂਟ ਹੈ ਹੇਠਾਂ, ਇਹ ਚੀਜ਼ ਬਣ ਗਈ T ਦੀ ਪਾਵਰ -2। ਇਹ ਮੈਂ ਪਾਵਰ ਬਾਹਰ ਕੱਢ ਕੇ ਲਿਖ ਲਈ। ਇਹਨੂੰ ਮੈਂ ਕੀ ਲਿਖ ਸਕਾਂਗਾ, ਇਹਨੂੰ ਮੈਂ ਲਿਖਾਂਗਾ ਰੂਟ ਉੱਪਰ ਜਾ ਕੇ T ਦੀ ਪਾਵਰ ਕੀ ਹੋ ਜਾਏਗੀ, +2 ਹੋ ਜਾਏਗੀ। ਰੂਟ ਤੋਂ ਬਾਹਰ ਕੱਢਾਂਗੇ ਇਕੱਲਾ T ਰਹਿ ਗਿਆ। ਦੇਅਰਫੋਰ ਕੀ ਹੋ ਗਿਆ ਸਾਡੇ ਕੋਲ, ਜਿਹੜੀ ਲੈਫਟ ਹੈਂਡ ਸਾਈਡ ਸੀ ਉਧਰ ਵੀ T ਹੈ ਅਤੇ ਰਾਈਟ ਹੈਂਡ ਸਾਈਡ ਵੀ T ਹੈ। ਅਗਲੇ ਪੇਜ 'ਤੇ ਅਸੀਂ ਕੀ ਦੇਖਿਆ ਵੀ ਇਸ ਪਾਸੇ ਲੈਫਟ ਹੈਂਡ ਸਾਈਡ ਪਾਸੇ T ਹੈ ਅਤੇ ਉਸ ਪਾਸੇ ਵੀ T ਹੈ। ਦੂਜੀਆਂ ਚੀਜ਼ਾਂ ਜੇ ਅਸੀਂ ਐਂਟਰ ਕਰਵਾਉਣੀਆਂ ਚਾਹੁੰਦੇ ML ਤਾਂ ਲਿਖ ਲਾਂਗੇ, ਜਿਹੜੀ ਚੀਜ਼ ਨਹੀਂ ਹੈਗੀ ਉਹਨੂੰ ਜੇ ਐਂਟਰ ਕਰਵਾਉਣਾ ਉਹਦੇ ਉੱਪਰ 0 ਲਿਖ ਕੇ ਐਂਟਰ ਕਰਵਾ ਦਿਆਂਗੇ। L ਨਹੀਂ ਹੈਗੀ, L ਦੇ ਉੱਪਰ ਜੇ ਐਂਟਰ ਕਰਵਾਉਣਾ L ਨੂੰ L ਦੀ ਪਾਵਰ 0 ਨਾਲ ਐਂਟਰ ਕਰਵਾ ਦਾਂਗੇ। T ਹੈਗਾ, T ਦੀ ਪਾਵਰ 1 ਹੈ, ਉਹੀ ਚੀਜ਼ ਇੱਧਰ ਹੋ ਜਾਏਗੀ, M0 L0 T1। ਕੀ ਦੇਖ ਰਹੇ ਹਾਂ, ਕੰਪੇਅਰ ਕਰੀਏ dimensions of M on both sides ਕੀ ਹੈ, equal on both sides। ਅਸੀਂ ਕੀ ਚੈੱਕ ਕਰ ਰਹੇ ਹਾਂ, ਅਸੀਂ ਚੈੱਕ ਕਰ ਰਹੇ ਹਾਂ ਵੀ dimensions ਬਰਾਬਰ ਨੇ। ਅਸੀਂ M ਦੀ 0 ਹੈ ਇੱਧਰ, ਉੱਧਰ ਵੀ 0 ਹੈ। dimension of L equal on both sides, dimension of T ਦੋਨੇ ਪਾਸੇ 1 ਹੈ,
इट इज़ आल्सो इक्वल ऑन बोथ साइड्स। ਇਹਦਾ ਮਤਲਬ ਕੀ ਹੈ, ਦਿਸ ਇੰਪਲਾਈਜ਼ ਆ ਜਿਹੜਾ ਸਿੰਬਲ ਹੈ ਇਹਦਾ ਮਤਲਬ ਕੀ ਲਿਖਦੇ ਹੁੰਦੇ ਆ ਵੀ ਦਿਸ ਇੰਪਲਾਈਜ਼ ਇਹ ਦੱਸਦਾ ਹੈ, ਇਹ ਇੰਡੀਕੇਟ ਕਰਦਾ ਹੈ, ਦਿਸ ਇੰਪਲਾਈਜ਼ that the given formula is dimensionally correct। ਵੀ ਡਿਮੈਂਸ਼ਨਾਂ ਨੂੰ ਜੇ ਅਸੀਂ ਦੇਖੀਏ ਐਮ ਦੀਆਂ ਆਪਸ ਦੇ ਵਿੱਚ ਬਰਾਬਰ ਨੇ, ਐਲ ਦੀਆਂ ਆਪਸ ਦੇ ਵਿੱਚ ਬਰਾਬਰ ਨੇ, ਟੀ ਦੀਆਂ ਆਪਸ ਦੇ ਵਿੱਚ ਬਰਾਬਰ ਨੇ। ਜਦੋਂ ਇਸ ਤਰ੍ਹਾਂ ਕੋਈ ਰਿਲੇਸ਼ਨ ਸਾਨੂੰ ਪਤਾ ਲੱਗੇ ਵੀ ਡਿਮੈਂਸ਼ਨਸ ਬਰਾਬਰ ਨੇ, ਉਸ ਨੂੰ ਕਹਿੰਦੇ ਆ ਵੀ ਇਹ ਫਾਰਮੂਲਾ ਡਿਮੈਂਸ਼ਨਲੀ ਕਰੈਕਟ ਹੈ। ਜਿਹੜਾ ਡਿਮੈਂਸ਼ਨਲੀ ਕਰੈਕਟ ਹੈ ਉਹ ਡਿਮੈਂਸ਼ਨ ਉਹੀ ਫਾਰਮੂਲਾ ਦੂਸਰੇ ਰੂਪ ਦੇ ਵਿੱਚ ਵੀ ਸਹੀ ਹੈ। ਦੇਅਰਫੋਰ ਲਿਖਾਂਗੇ ਗਿਵਨ ਫਾਰਮੂਲਾ T is equal to 2 pi L upon G is a correct formula। ਇਹ ਐਗਜ਼ਾਮਪਲ ਨਾਲ ਅਸੀਂ ਸਿੱਖਿਆ ਵੀ ਅਸੀਂ ਕਿਸ ਤਰ੍ਹਾਂ ਕਿਸੇ ਵੀ ਰਿਲੇਸ਼ਨ ਲਈ ਜਿਹੜੀ ਕਰੈਕਟਨੈਸ ਹੈ ਉਹ ਚੈੱਕ ਕਰ ਸਕਦੇ ਹਾਂ। ਹਾਊ ਕੈਨ ਵੀ ਚੈੱਕ ਦਾ ਕਰੈਕਟਨੈਸ ਆਫ ਏ ਗਿਵਨ ਰਿਲੇਸ਼ਨ। ਇਸੇ ਤਰੀਕੇ ਨਾਲ ਸਾਡੇ ਕੋਲ ਇੱਕ ਹੋਰ ਐਗਜ਼ਾਮਪਲ ਹੈ, ਸਾਨੂੰ ਕਿਹਾ ਚੈੱਕ ਕਰੈਕਟਨੈਸ ਆਫ the relation V is equal to 1 upon L root P upon rho। ਸਾਨੂੰ ਗਿਵਨ ਕੀ ਹੈ, ਵੀ ਆਰ ਗਿਵਨ, ਇਹਦੇ ਵਿੱਚ ਵੀ ਸਾਨੂੰ ਕਿਹਾ ਹੋਇਆ ਵੀ ਇਹ ਵੈਲੋਸਿਟੀ ਹੈ, ਜਿਹੜੀ ਐਲ ਹੈ ਸਾਨੂੰ ਕਿਹਾ ਹੋਇਆ ਵੀ ਇਹ ਲੈਂਥ ਹੈ, ਅਤੇ ਸਾਨੂੰ ਪੀ ਕਿਹਾ ਹੋਇਆ ਵੀ ਇਹ ਪ੍ਰੈਸ਼ਰ ਹੈ, ਅਤੇ ਸਾਡੇ ਕੋਲ ਰੋ ਸਾਨੂੰ ਕਿਹਾ ਹੋਇਆ ਵੀ ਡੈਂਸਿਟੀ ਹੈ। ਸਾਨੂੰ ਨਹੀਂ ਦੱਸਿਆ ਹੋਇਆ ਵੀ ਇਹ ਕਾਹਦਾ ਫਾਰਮੂਲਾ, ਸਾਨੂੰ ਫਾਰਮੂਲਾ ਦੇ ਦਿੱਤਾ, ਉਹਦੇ ਵਿੱਚ ਜਿਹੜੀਆਂ ਕੁਆਂਟੀਟੀਜ਼ ਨੇ ਵੀ ਐਲ ਪੀ ਰੋ ਉਹ ਬਾਰੇ ਦੱਸਤਾ ਵੀ ਉਹ ਕਿਹੜੀਆਂ ਨੇ। ਕੀ ਕਰਾਂਗੇ ਅਸੀਂ ਇਸ ਫਾਰਮੂਲੇ ਨੂੰ ਉਹਦੀ ਡਿਮੈਂਸ਼ਨਲ ਫਾਰਮ 'ਚ ਲਿਖਾਂਗੇ। ਇਹਨੂੰ ਅਸੀਂ ਨੰਬਰ ਦੇ ਲਿਆ 1, ਅਸੀਂ ਕਹਾਂਗੇ expressing equation 1 in dimensional form। ਤਾਂ ਜਿੱਥੇ ਕੁਆਂਟਿਟੀ ਉਹਦਾ ਡਿਮੈਂਸ਼ਨਲ ਫਾਰਮੂਲਾ, ਵੈਲੋਸਿਟੀ ਦਾ ਡਿਮੈਂਸ਼ਨਲ ਫਾਰਮੂਲਾ ਕੀ ਹੁੰਦਾ ਹੈ, ਇਟ ਇਜ਼ -1 ਅਪੋਨ ਲੈਂਥ ਹੈ, ਇਹਦੀ ਜਗ੍ਹਾ 'ਤੇ ਐਲ ਆ ਜਾਏਗਾ, ਰੂਟ ਪ੍ਰੈਸ਼ਰ ਦਾ ਡਿਮੈਂਸ਼ਨਲ ਫਾਰਮੂਲਾ ਕੀ ਹੁੰਦਾ ਹੈ, ਇਟ ਇਜ਼ L-1 T-2। ਪ੍ਰੈਸ਼ਰ ਕੀ ਹੁੰਦਾ ਹੈ, ਫੋਰਸ ਅਪੋਨ ਏਰੀਆ। ਜੇ ਤੁਹਾਨੂੰ ਯਾਦ ਹੋਵੇ ਤਾਂ ਪ੍ਰੈਸ਼ਰ ਨੂੰ ਕਿਵੇਂ ਡਿਫਾਈਨ ਕਰਦੇ ਹਾਂ, ਫੋਰਸ ਡਿਵਾਈਡਡ ਬਾਈ ਏਰੀਆ। ਫੋਰਸ ਕੀ ਹੁੰਦਾ ਹੈ MLT-2, ਏਰੀਆ ਕੀ ਹੁੰਦਾ ਹੈ L2। ਉੱਪਰ 1 ਹੈ, ਉੱਪਰ ਜਾ ਕੇ -2 ਹੋ ਜਾਏਗੀ, ਇਹ ਕੀ ਬਣ ਜਾਏਗਾ M1 L-1 T-2। ਇਸੇ ਕਰਕੇ ਅਸੀਂ ਪ੍ਰੈਸ਼ਰ ਦੀ ਜਗ੍ਹਾ 'ਤੇ ਕੀ ਲਿਖਿਆ ML-1 T-2। ਡੈਂਸਿਟੀ ਮਾਸ ਅਪੋਨ ਵੋਲੀਅਮ ਹੁੰਦਾ ਹੈ। ਵਾਟ ਇਜ਼ ਡੈਂਸਿਟੀ, ਜੇ ਮੈਂ ਇੱਥੇ ਲਿਖਾਂ ਡੈਂਸਿਟੀ ਇਜ਼ ਇਕੁਅਲ ਟੂ ਮਾਸ ਡਿਵਾਈਡਡ ਬਾਈ ਵੋਲੀਅਮ। ਮਾਸ ਨੂੰ ਕੀ ਲਿਖਦੇ ਹਾਂ M, ਡੈਂਸਿਟੀ ਕੀ ਹੁੰਦਾ L, ਵੋਲੀਅਮ ਕੀ ਹੁੰਦਾ LQ, ਕੀ ਬਣ ਜਾਏਗਾ ML-3। ਇਸ ਕਰਕੇ ਅਸੀਂ ਜਦੋਂ ਇਸ ਇਕੁਏਸ਼ਨ ਨੂੰ ਇਹਦਾ ਡਿਮੈਂਸ਼ਨਲ ਫਾਰਮ 'ਚ ਲਿਖਣਾ ਹੈ ਤਾਂ V ਦੀ ਜਗ੍ਹਾ 'ਤੇ LT-1, ਇਹ L ਦੀ ਜਗ੍ਹਾ 'ਤੇ ਹੇਠਾਂ ਕੈਪੀਟਲ L, ਰੂਟ ਪਾ ਕੇ ਪ੍ਰੈਸ਼ਰ ਦੀ ਜਗ੍ਹਾ 'ਤੇ ਉਹਦਾ ਡਿਮੈਂਸ਼ਨਲ ਫਾਰਮੂਲਾ, ਜਿਹੜੀ ਆ ਡੈਂਸਿਟੀ ਇਹਦੀ ਜਗ੍ਹਾ 'ਤੇ ML-3। ਤਾਂ M ਨਾਲ M ਕੈਂਸਲ ਹੋ ਗਿਆ, ਤਾਂ 1 ਅਪੋਨ L, ਆਹ L ਉੱਪਰ -1 ਹੈ, ਇਹ L ਜਦੋਂ ਉੱਪਰ ਚਲੀ ਗਈ +3 ਹੋ ਜਾਏਗਾ। ਆਹ T-2 ਉੱਪਰ ਹੈਗਾ ਹੀ ਹੈ। We are left with L-1 है,
ਪਾਵਰਾਂ ਜੁੜ ਜਾਂਦੀਆਂ ਹੁੰਦੀਆਂ ਨੇ ਜਦੋਂ ਇੱਕੋ ਜਿਹੇ ਬੇਸ ਹੋਣ। ਐਲ ਪਾਵਰਾਂ ਜੋੜਤੀਆਂ -1 + 3 ਟੀ ਦੀ ਪਾਵਰ -2 ਤਾਂ 1 L ਐਲ ਦੀ ਪਾਵਰ ਕਿੰਨੀ ਹੋ ਗਈ -1 + 3 + 2 ਟੀ ਦੀ ਪਾਵਰ -2। ਇਹ ਕੀ ਹੋ ਗਿਆ 1 L। ਇਹਨੂੰ ਅਸੀਂ ਕੀ ਲਿਖਾਂਗੇ L2 ਰੂਟ T -2 ਰੂਟ ਤੋੜ ਲਿਆ ਤਾਂ L ਸਕੇਅਰ ਦਾ ਮਤਲਬ 1 L। ਰੂਟ ਦੇ ਵਿੱਚੋਂ L ਸਕੇਅਰ ਤੋਂ ਰੂਟ ਚੋਂ ਕੱਢਾਂਗੇ L ਦੀ ਪਾਵਰ 1 ਆ ਜਾਏਗੀ। T -2 ਨੂੰ ਰੂਟ ਚੋਂ ਕੱਢਾਂਗੇ T ਦੀ ਪਾਵਰ -1 ਆ ਜਾਏਗੀ। ਅਸੀਂ ਕੀ ਦੇਖਦੇ ਹਾਂ L ਨਾਲ L ਕੈਂਸਲ ਹੋ ਗਿਆ, ਕੀ ਰਹਿ ਗਿਆ T ਦੀ ਪਾਵਰ -1 T ਦੀ ਪਾਵਰ -1। ਅਸੀਂ ਕੀ ਦੇਖਦੇ ਹਾਂ ਵੀ ਇੱਥੋਂ ਅਸੀਂ ਇੱਥੇ ਪਹੁੰਚ ਰਹੇ ਹਾਂ। ਲੈਫਟ ਹੈਂਡ ਸਾਈਡ ਕੀ ਹੈ LT -1 ਅਤੇ ਦੂਸਰੇ ਪਾਸੇ ਕੀ ਆਇਆ ਸਾਡੇ ਕੋਲ T ਦੀ ਪਾਵਰ -1। ਕੀ ਦੇਖਿਆ ਅਸੀਂ ਔਰ ਇਹਦੇ ਵਿੱਚ M ਨਹੀਂ ਹੈਗਾ M0 L T -1। ਇਸ ਪਾਸੇ M ਵੀ ਨਹੀਂ ਹੈਗਾ L ਵੀ ਨਹੀਂ ਹੈਗਾ T -1 ਹੈ। ਕਲੀਅਰਲੀ ਕੀ ਦੇਖਦੇ ਹਾਂ ਜਦੋਂ M ਦੀਆਂ ਡਾਇਮੈਂਸ਼ਨਾਂ ਕੰਪੇਅਰ ਕਰਦੇ ਹਾਂ ਬਰਾਬਰ ਨੇ ਇਕੁਅਲ ਨੇ ਦੇ ਆਰ ਇਕੁਅਲ ਔਨ ਬੋਥ ਸਾਈਡਸ। L ਲਈ ਜਦੋਂ ਕੰਪੇਅਰ ਕਰਦੇ ਹਾਂ ਲੈਫਟ ਹੈਂਡ ਸਾਈਡ 'ਤੇ 1 ਹੈ ਅਤੇ ਉਸ ਪਾਸੇ 0 ਹੈ ਨੋਟ ਇਕੁਅਲ। ਜੇ ਅਸੀਂ T ਦੀਆਂ ਡਾਇਮੈਂਸ਼ਨਸ ਕੰਪੇਅਰ ਕਰਦੇ ਹਾਂ ਦੋਨੇ ਪਾਸੇ ਤਾਂ ਇਸ ਪਾਸੇ ਸਾਡੇ ਕੋਲ -1 ਹੈ ਅਤੇ ਦੂਸਰੇ ਪਾਸੇ ਵੀ -1 ਹੈ। ਸਾਨੂੰ ਕੀ ਚਾਹੀਦਾ M ਦੀਆਂ ਡਾਇਮੈਂਸ਼ਨਾਂ ਵੀ ਦੋਨੇ ਪਾਸੇ ਬਰਾਬਰ ਹੋਣੀਆਂ ਚਾਹੀਦੀਆਂ ਨੇ, L ਦੀਆਂ ਆਪਸ ਦੇ ਵਿੱਚ ਬਰਾਬਰ ਹੋਣੀਆਂ ਚਾਹੀਦੀਆਂ ਨੇ, T ਦੀਆਂ ਆਪਸ ਦੇ ਵਿੱਚ ਬਰਾਬਰ ਹੋਣੀਆਂ ਚਾਹੀਦੀਆਂ ਨੇ। M ਦੀਆਂ ਵੀ ਬਰਾਬਰ ਨੇ T ਦੀਆਂ ਵੀ ਬਰਾਬਰ ਨੇ ਪਰ L ਦੀਆਂ ਬਰਾਬਰ ਨਹੀਂ ਹੈਗੀਆਂ। ਇਹਦਾ ਮਤਲਬ ਕੀ ਹੈ formula is dimensionally this formula is dimensionally incorrect ਜਿਹੜਾ dimensionally incorrect ਹੈ ਉਹ ਫਾਰਮੂਲਾ correct ਨਹੀਂ ਹੈਗਾ। therefore ਅੱਜ ਦਾ ਰਿਲੇਸ਼ਨ ਹੈ ਇਹਨੂੰ ਲਿਖਾਂਗੇ relation 1 is not a correct relation। therefore ਅਸੀਂ ਕੀ ਲਿਖਾਂਗੇ ਅਖੀਰ ਦੇ ਵਿੱਚ the given relation 1 is not correct relation, it is not a correct relation। ਇਸ ਤਰੀਕੇ ਨਾਲ ਅਸੀਂ ਨਤੀਜੇ 'ਤੇ ਪਹੁੰਚਦੇ ਹਾਂ ਵੀ ਕਿਹੜਾ ਫਾਰਮੂਲਾ ਕਰੈਕਟ ਹੈ ਅਤੇ ਕਿਹੜਾ ਇਨਕਰੈਕਟ ਹੈ। ਅਤੇ ਜਿਹੜੀ ਲਾਸਟ ਬੇਟੇ ਯੂਜ਼ ਹੈ ਉਹਦੇ ਵਿੱਚ ਅਸੀਂ ਕਰਾਂਗੇ ਫਾਰਮੂਲਾ ਡਰਾਈਵ ਕਿਵੇਂ ਕਰਨਾ ਡੈਰੀਵੇਸ਼ਨ। ਲਾਸਟ ਯੂਜ਼ ਹੈਗੀ ਹੈ ਹਾਊ ਟੂ ਡਰਾਈਵ ਇਹ ਫਾਰਮੂਲਾ। ਇਹ ਸਾਨੂੰ ਇੱਕ ਐਗਜ਼ਾਮਪਲ ਲੈ ਕੇ ਕਰਨਾ ਪਏਗਾ। ਜਿਵੇਂ ਸਾਨੂੰ ਕਿਹਾ ਜਾਏਗਾ ਵੀ ਟਾਈਮ ਪੀਰੀਅਡ ਹੈ ਜਿਹੜਾ ਟਾਈਮ ਪੀਰੀਅਡ ਆਫ a simple pendulum depends upon ਸਾਨੂੰ ਕਿਹਾ ਹੋਇਆ ਨੰਬਰ 1 ਸਾਨੂੰ ਕਿਹਾ ਜਾਂਦਾ ਹੈ it depends upon mass of the bob bob। दूसरा क्या जाता है it depends upon length of the pendulum। number 10 depends upon acceleration due to gravity। ਸਾਨੂੰ ਦੱਸਿਆ ਹੋਇਆ ਵੀ ਜਿਹੜਾ ਟਾਈਮ ਪੀਰੀਅਡ ਹੈ ਉਹ ਇਹਨਾਂ ਚੀਜ਼ਾਂ 'ਤੇ ਡਿਪੈਂਡ ਕਰਦਾ ਪਰ ਕਿਵੇਂ ਡਿਪੈਂਡ ਕਰਦਾ ਉਹੀ ਫਾਰਮੂਲਾ ਅਸੀਂ ਬਣਾਉਣਾ। ਅਸੀਂ ਇਹਨੂੰ ਸ਼ੁਰੂ ਕਰਨ ਵੇਲੇ ਕੀ ਕਵਾਂਗੇ ਇਹਦਾ ਸੋਲੂਸ਼ਨ ਕਰ ਰਹੇ ਹਾਂ ਇਹਨੂੰ ਹੱਲ ਕਰ ਰਹੇ ਹਾਂ। ਅਸੀਂ ਕਵਾਂਗੇ ਲੈਟ
ਜਿਹੜਾ ਟਾਈਮ ਪੀਰੀਅਡ ਹੈ, ਟਾਈਮ ਪੀਰੀਅਡ ਉਹਦਾ ਕੋਈ ਸਿੰਬਲ ਬਣਾ ਲੈਂਦੇ ਹਾਂ। ਲੈਟ ਟਾਈਮ ਪੀਰੀਅਡ ਟੀ ਇਜ਼ ਪ੍ਰਪੋਰਸ਼ਨਲ ਟੂ, ਕਿਉਂਕਿ ਮਾਸ 'ਤੇ ਡਿਪੈਂਡ ਕਰਦਾ, ਸਾਨੂੰ ਨਹੀਂ ਪਤਾ ਇਹ ਮਾਸ ਦੀ ਪਾਵਰ ਕਿੰਨੀ ਹੈ, ਅਸੀਂ ਕਹਿੰਦੇ ਲੈਟ ਇਟ ਡਿਪੈਂਡਸ ਅਪੋਨ ਮਾਸ ਦੀ ਪਾਵਰ A 'ਤੇ ਡਿਪੈਂਡ ਕਰਦਾ ਹੈ। ਦੂਸਰੀ ਚੀਜ਼ ਕੀ ਹੈ, ਅਸੀਂ ਸਪੋਜ਼ ਕਰਦੇ ਹਾਂ ਲੈਟ ਇਟ ਇਜ਼ ਪ੍ਰਪੋਰਸ਼ਨਲ ਟੂ, ਲੈਂਥ 'ਤੇ ਡਿਪੈਂਡ ਤਾਂ ਕਰਦਾ ਪਰ ਸਾਨੂੰ ਪਤਾ ਨਹੀਂ ਵੀ ਕਿੰਨੀ ਪਾਵਰ ਨਾਲ ਡਿਪੈਂਡ ਕਰਦਾ। ਅਸੀਂ ਸਪੋਜ਼ ਕਰ ਲੈਂਦੇ ਵੀ ਲੈਟ ਇਟ ਡਿਪੈਂਡਸ ਅਪੋਨ L ਦੀ ਪਾਵਰ B। ਤੀਜਾ ਸਾਨੂੰ ਕਿਹਾ ਹੋਇਆ ਇਟ ਡਿਪੈਂਡਸ ਅਪੋਨ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ, ਅਸੀਂ ਕਹਿੰਦੇ ਲੈਟ T ਡਿਪੈਂਡਸ ਇਟ ਇਜ਼ ਪ੍ਰਪੋਰਸ਼ਨਲ ਟੂ G ਦੀ ਪਾਵਰ C, ਕਿਉਂਕਿ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਦਾ ਸਿੰਬਲ ਅਸੀਂ G ਲੈ ਲਿਆ। ਇਹਨਾਂ ਤਿੰਨਾਂ ਨੂੰ ਅਸੀਂ ਕੰਬਾਈਨ ਕਰਦੇ ਹਾਂ, ਕੰਬਾਈਨਿੰਗ ਵੀ ਗੈਟ, ਸਾਨੂੰ ਕੀ ਮਿਲੇਗਾ ਜੇ ਅਸੀਂ ਕੰਬਾਈਨ ਕਰਾਂਗੇ, T ਇਜ਼ ਪ੍ਰਪੋਰਸ਼ਨਲ ਟੂ M ਦੀ ਪਾਵਰ A, L ਦੀ ਪਾਵਰ B, G ਦੀ ਪਾਵਰ C। ਪ੍ਰਪੋਰਸ਼ਨੈਲਿਟੀ ਨੂੰ ਅਸੀਂ ਇਕੁਐਲਿਟੀ 'ਚ ਬਦਲਣ ਦੇ ਲਈ ਅਸੀਂ ਕੋਈ K ਕੌਂਸਟੈਂਟ ਆਪਣੇ ਕੋਲੋਂ ਲੈ ਲਿਆ, ਇਟ ਇਜ਼ MA, L ਦੀ ਪਾਵਰ B, G ਦੀ ਪਾਵਰ C। ਸਾਡਾ ਏਮ ਕੀ ਹੈ ਹੁਣ, ਆਵਰ ਏਮ ਇਜ਼, ਸਾਡਾ ਏਮ ਇੱਥੇ ਇਹ ਹੈ ਟੂ ਫਾਈਂਡ ਵੈਲਿਊਜ਼, ਟੂ ਫਾਈਂਡ values of A, B and ਸਾਡਾ ਏਮ ਇਹ ਹੈ। ਇਹ ਏਮ ਕਿਵੇਂ ਪਤਾ ਕਰਾਂਗੇ, with the help of principle of homogeneity of dimensions, principle of homogeneity of, ਅਸੀਂ ਇਸ ਪ੍ਰਿੰਸੀਪਲ ਦੇ ਨਾਲ ਜਿਹੜਾ ਸਾਨੂੰ ਦੱਸਦਾ ਹੈ ਵੀ ਜਿਹੜਾ ਕੋਈ ਫਾਰਮੂਲਾ ਅਸੀਂ ਮੰਨ ਕੇ ਚੱਲੇ ਵੀ ਆਹ ਪ੍ਰਿੰਸੀਪਲ ਸਹੀ ਹੈ, ਇਹ ਫਾਰਮੂਲਾ ਸਹੀ ਹੈ, ਜੇ ਫਾਰਮੂਲਾ ਸਹੀ ਹੈ ਇਹ ਪ੍ਰਿੰਸੀਪਲ ਕੀ ਕਹਿੰਦਾ ਤਾਂ ਇਹਦੀਆਂ ਡਾਇਮੈਂਸ਼ਨ ਦੋਨੇ ਪਾਸੇ ਬਰਾਬਰ ਹੋਣਗੀਆਂ। ਇਸ ਲਈ ਅਸੀਂ ਇਸ ਰਿਲੇਸ਼ਨ ਨੂੰ, ਇਸ ਰਿਲੇਸ਼ਨ ਦਾ ਨਾਮ ਰਿਲੇਸ਼ਨ ਨੰਬਰ 1 ਰੱਖ ਲੈਂਦੇ ਹਾਂ। ਤਾਂ ਅਸੀਂ ABC ਪਤਾ ਕਿਵੇਂ ਕਰਨਾ, let us express relation 1 in terms of dimensional formula, its dimensional formula, ਜਾਂ ਅਸੀਂ in terms of dimensional equation ਜੋ ਅਸੀਂ ਰਾਈਟ ਕਰਦੇ ਹਾਂ ਤਾਂ T ਦੀ ਜਗ੍ਹਾ 'ਤੇ ਕੀ ਲਿਖਾਂਗੇ, ਉਹਦਾ ਡਾਇਮੈਂਸ਼ਨਲ ਫਾਰਮੂਲਾ T। K ਜਿਹੜਾ ਕੌਂਸਟੈਂਟ ਹੈ ਇਹ ਡਾਇਮੈਂਸ਼ਨਲੈਸ ਕੌਂਸਟੈਂਟ ਹੈ, ਇਸ ਕਰਕੇ ਇਹ ਜਿਹੜਾ ਕੌਂਸਟੈਂਟ ਇਸ ਪ੍ਰਪੋਰਸ਼ਨੈਲਿਟੀ 'ਚੋਂ ਨਿਕਲਦਾ ਹੈ। ਇੱਥੇ ਅਸੀਂ ਉਹਦੀ ਯੂਨਿਟ, ਉਹਦਾ ਡਾਇਮੈਂਸ਼ਨਲ ਫਾਰਮੂਲਾ ਨਹੀਂ ਲੈਣਾ, ਕਿਉਂਕਿ ਅਸੀਂ ਸਪੋਜ਼ ਕਰਾਂਗੇ ਵੀ K ਇਜ਼ ਏ ਡਾਇਮੈਂਸ਼ਨਲੈਸ, ਨਾ ਇਹਦੇ ਲਈ M ਦੀ ਕੋਈ ਡਾਇਮੈਂਸ਼ਨ ਹੈ, ਨਾ L ਦੀ ਕੋਈ ਡਾਇਮੈਂਸ਼ਨ ਹੈ, ਨਾ ਹੀ T ਦੀ ਕੋਈ ਡਾਇਮੈਂਸ਼ਨ ਹੈ। ਤਾਂ ਅੱਗੇ M ਦੀ ਡਾਇਮੈਂਸ਼ਨ, M ਨੂੰ ਕੀ ਲਿਖਾਂਗੇ, ਉਹਦਾ ਫਾਰਮੂਲਾ M ਉੱਤੇ ਪਾਵਰ A ਹੈ। L ਕੀ ਹੈ, ਲੈਂਥ, L ਦੀ ਪਾਵਰ B ਹੈ। ਜਿੱਥੇ G ਹੈ ਉਹਦਾ ਡਾਇਮੈਂਸ਼ਨਲ ਫਾਰਮੂਲਾ ਇਟ ਕੀ ਹੁੰਦਾ, ਇਟ ਇਜ਼ LT -2C। ਹੁਣ ਹਮੇਸ਼ਾ ਅਸੀਂ ਕਰਦੇ ਹਾਂ ਖੱਬੇ ਪਾਸੇ ਲੈਫਟ ਹੈਂਡ ਸਾਈਡ 'ਤੇ ML ਨਹੀਂ ਹੈਗੇ, ਅਸੀਂ M ਨੂੰ ਐਂਟਰ ਕਰਵਾਉਣਾ ਵਿਦ ਪਾਵਰ 0, L ਨੂੰ ਐਂਟਰ ਕਰਵਾਉਣਾ ਵਿਦ ਪਾਵਰ 0, T ਦੀ ਪਾਵਰ 1 ਹੈਗੀ ਹੋਈ ਹੈ। ਇਸ ਪਾਸੇ ਰਾਈਟ ਹੈਂਡ ਸਾਈਡ ਪਾਸੇ M ਇੱਕੋ ਜਗ੍ਹਾ ਆ ਰਿਹਾ ਵਿਦ ਪਾਵਰ A, L ਇੱਥੇ B ਪਾਵਰ ਨਾਲ ਆ ਰਿਹਾ, ਇੱਥੇ L C ਪਾਵਰ ਨਾਲ ਆ ਰਿਹਾ, ਤਾਂ L ਦੀ ਟੋਟਲ ਪਾਵਰ ਕਿੰਨੀ ਬਣ ਜਾਏਗੀ, B + C। T ਇੱਥੇ ਵੀ ਨਹੀਂ ਹੈਗਾ, ਇੱਥੇ ਵੀ ਨਹੀਂ, ਇੱਥੇ T ਦੀ ਪਾਵਰ ਕਿੰਨੀ ਹੈ, -2, ਉੱਤੇ ਪਾਵਰ C ਹੈ। ਜਦੋਂ ਪਾਵਰ ਤੇ ਪਾਵਰ ਹੋਵੇ ਮਲਟੀਪਲਾਈ ਹੋ ਜਾਂਦੀ ਹੈ, -2 ਨੂੰ C ਨਾਲ ਮਲਟੀਪਲਾਈ ਹੈ -2C, ਤਾਂ T ਦੀ ਪਾਵਰ ਕਿੰਨੀ ਹੋ ਗਈ, -2C। ਹੁਣ ਅਸੀਂ ਇੱਕ ਰਿਲੇਸ਼ਨ ਮੰਨ ਕੇ ਚੱਲੇ ਸੀ ਵੀ ਇਹ ਕਰੈਕਟ ਰਿਲੇਸ਼ਨ ਹੈ, ਅਸੀਂ ਉਸ ਰਿਲੇਸ਼ਨ ਨੂੰ ਉਹਦੀ ਡਾਇਮੈਂਸ਼ਨਲ ਫਾਰਮ ਲਿਖ ਲਈ, ਇਹ ਕਰੈਕਟ ਹੈ, ਤਾਂ ਜਿਹੜੀਆਂ ਡਾਇਮੈਂਸ਼ਨਸ ਨੇ ਉਹ ਬਰਾਬਰ ਹੋਣਗੀਆਂ। ਅਸੀਂ ਪਹਿਲਾਂ ਹੀ ਗੱਲ ਕੀਤੀ ਹੈ, ਜੇ ਕੋਈ ਕਰੈਕਟ ਰਿਲੇਸ਼ਨ ਹੈ ਫਿਰ ਰਿਲੇਸ਼ਨ ਇਜ਼ ਕਰੈਕਟ, ਤਾਂ ਉਹ ਡਾਇਮੈਂਸ਼ਨ ਲਈ ਸਹੀ ਹੋਏਗਾ। ਇਹ ਕਹਿਣ ਦਾ ਮਤਲਬ M ਦੀਆਂ ਡਾਇਮੈਂਸ਼ਨ ਆਪਸ ਦੇ ਵਿੱਚ ਬਰਾਬਰ ਹੋਣਗੀਆਂ, L ਦੀਆਂ ਆਪਸ ਦੇ ਵਿੱਚ ਬਰਾਬਰ ਹੋਣਗੀਆਂ, T ਦੀਆਂ ਆਪਸ ਦੇ ਵਿੱਚ ਬਰਾਬਰ ਹੋਣਗੀਆਂ। ਇਸ ਕਰਕੇ ਕੰਪੇਅਰਿੰਗ ਡਾਇਮੈਂਸ਼ਨਸ ਔਨ ਬੋਥ ਸਾਈਡਸ, ਅਸੀਂ ਕੰਪੇਅਰ ਕਰਾਂਗੇ
comparing dimensions on both sides, जो कंपेयर करते हैं, कंपेयर करिए पहला ਅਸੀਂ m ਦੀਆਂ ਡਾਇਮੈਂਸ਼ਨਸ ਕੰਪੇਅਰ ਕਰਦੇ ਹਾਂ। m ਦੀਆਂ ਕੀ ਦੇਖਦੇ ਹਾਂ, ਰਾਈਟ ਹੈਂਡ ਸਾਈਡ ਤੇ a ਹੈ m ਦੀ ਪਾਵਰ, ਡਾਇਮੈਂਸ਼ਨ ਦਾ ਮਤਲਬ ਪਾਵਰ ਬਰਾਬਰ ਹੋਏਗੀ ਇਸ ਪਾਸੇ m ਦੀ ਡਾਇਮੈਂਸ਼ਨ ਕਿੰਨੀ ਹੈ 0 ਦੇ। l ਦੀਆਂ ਡਾਇਮੈਂਸ਼ਨ ਦੋਨੇ ਪਾਸੇ ਕੰਪੇਅਰ ਕਰੀਏ, ਇਸ ਪਾਸੇ l ਦੀ ਡਾਇਮੈਂਸ਼ਨ ਕਿੰਨੀ ਹੈ b ਪਲੱਸ c, ਰਾਈਟ ਹੈਂਡ ਸਾਈਡ ਤੇ ਕਿੰਨੀ ਹੈ b ਪਲੱਸ c, ਇੱਧਰਲੇ ਪਾਸੇ ਕਿੰਨੀ ਹੈ 0। t ਦੀਆਂ ਡਾਇਮੈਂਸ਼ਨਸ ਔਨ ਬੋਥ ਸਾਈਡਸ, ਰਾਈਟ ਹੈਂਡ ਸਾਈਡ ਵੱਲ ਕਿੰਨੀ ਹੈ -2c ਤੇ ਲੈਫਟ ਹੈਂਡ ਸਾਈਡ ਵੱਲ ਕਿੰਨੀ ਹੈ 1। ਅਸੀਂ ਦੇਖਦੇ ਹਾਂ ਇਹਨਾਂ ਨੂੰ ਸੋਲਵ ਕਿਵੇਂ ਕਰਨਾ। ਸਭ ਤੋਂ ਪਹਿਲਾਂ ਸਾਨੂੰ ਕਿਹੜੀ ਇਕੁਏਸ਼ਨ ਤੋਂ ਵੈਲਿਊ ਮਿਲੇਗੀ, ਇਸ ਤੋਂ। ਦਿਸ ਇੰਪਲਾਈਜ਼ c ਦੀ ਵੈਲਿਊ ਕਿੰਨੀ ਮਿਲ ਗਈ -1/2। ਇਸ ਵੈਲਿਊ ਨੂੰ ਅਸੀਂ ਇਹਦੇ ਵਿੱਚ ਪੁੱਟ ਕਰੀਏ ਤਾਂ ਸਾਨੂੰ b ਦੀ ਵੈਲਿਊ ਮਿਲ ਜਾਏਗੀ। ਤਾਂ b =-c, ਇੱਥੋਂ ਕਰੀਏ b ਦੀ ਵੈਲਿਊ ਕਿੰਨੀ ਹੈ, ਇਟ ਇਜ਼ b -c। तो c ਦੀ ਵੈਲਿਊ ਕਿੰਨੀ ਹੈ ਆ ਮਾਈਨਸ ਸਾਈਨ ਮਾਈਨਸ, c ਦੀ ਵੈਲਿਊ ਕਿੰਨੀ ਹੈ -1/2, ਕੀ ਬਣ ਗਈ +1/2। a ਦੀ ਵੈਲਿਊ 0 ਪਹਿਲਾਂ ਹੀ ਆ ਗਈ, therefore a is 0, b is 1/2, c is -1/2। ਜਿਹੜੀ ਪਾਵਰ 0 ਆ ਗਈ, a ਦੀ ਪਾਵਰ 0 ਆ ਗਈ, a ਕਿਹਦੀ ਪਾਵਰ ਸੀ m ਦੀ, m ਦੀ ਪਾਵਰ 0 ਆ ਗਈ। ਇਹਦਾ ਮਤਲਬ ਟਾਈਮ ਪੀਰੀਅਡ ਅਸੀਂ ਸਪੋਜ਼ ਲੱਗਦਾ ਸੀ ਸਾਨੂੰ ਮਾਸ 'ਤੇ ਡਿਪੈਂਡ ਕਰੇਗਾ, ਇਹਦਾ ਮਤਲਬ ਕੀ ਹੈ ਨਹੀਂ ਡਿਪੈਂਡ ਕਰਦਾ ਕਿਉਂਕਿ ਇਹਦੀ ਵੈਲਿਊ 0 ਆ ਗਈ। ਜਦੋਂ ਪਾਵਰ 0 ਆ ਗਈ ਇਹਦਾ ਮਤਲਬ t ਉਸ ਚੀਜ਼ 'ਤੇ ਨਹੀਂ ਡਿਪੈਂਡ ਕਰੇਗਾ। ਚਲੋ ਇਸ ਕਰਕੇ ਅਸੀਂ ਫਰੋਮ ਇਕੁਏਸ਼ਨ 1 ਫਾਰਮੂਲਾ ਕੀ ਬਣ ਗਿਆ t = k, t ਇੱਥੇ ਕੀ ਸੀਗਾ k, m ਦੀ ਪਾਵਰ a, m ਦੀ ਪਾਵਰ 0, l ਦੀ ਪਾਵਰ b ਹੈ 1/2, g ਦੀ ਪਾਵਰ ਕਿੰਨੀ ਹੈ -1/2। ਜਦੋਂ ਵੀ ਕਿਸੇ ਚੀਜ਼ ਦੀ ਪਾਵਰ 0 ਕਰਦੀ ਉਹ 1 ਬਣ ਜਾਂਦਾ ਹੈ। ਇਹ ਬਣ ਗਿਆ ਇਟ ਇਜ਼ k, l ਦੀ ਪਾਵਰ ਹਾਫ, g ਦੀ ਪਾਵਰ -1/2 ਹੇਠਾਂ ਆ ਜਾਏਗੀ, ਪਲੱਸ ਹਾਫ ਹੋ ਜਾਏਗੀ। ਔਰ ਵੀ ਕੈਨ ਰਾਈਟ ਇਟ ਐਜ਼ l/g ਦੀ ਪਾਵਰ 1/2, ਜਾਂ ਅਸੀਂ ਕਹੀਏ ਇਟ ਇਜ਼ k l/g √। therefore ਸਾਡੇ ਕੋਲ ਕੀ ਫਾਰਮੂਲਾ ਬਣ ਗਿਆ, ਡਰਾਈਵ ਕਰ ਲਿਆ, t = k √l/g। ਪਰ ਇਹਦਾ ਮਤਲਬ ਜਿਹੜੇ ਸਾਡਾ ਡਾਇਮੈਂਸ਼ਨ ਐਨਾਲਿਸਿਸ ਹੈ ਇਹ ਸਾਡੀ ਹੈਲਪ ਕਰਦਾ ਹੈ, ਇਟ ਹੈਲਪਸ ਅਸ ਟੂ find a relation how one quantity depends upon other quantities। ਇਹ ਸਾਡਾ ਅਨਦਰ ਯੂਜ਼ ਹੈ। ਪਰ ਅਸੀਂ ਕੀ ਦੇਖ ਰਹੇ ਹਾਂ, ਸਾਨੂੰ ਇਸ ਐਨਾਲਿਸਿਸ ਦੇ ਰਾਹੀਂ k ਦੀ ਵੈਲਿਊ ਨਹੀਂ ਕੱਢਣੀ ਆਉਂਦੀ, ਇਸ ਕਰਕੇ ਇਹਦੀ ਡਿਸਐਡਵਾਂਟੇਜ ਵੀ ਹੈ। ਵੀ ਕੈਨ ਨਾਟ ਫਾਈਂਡ ਵੈਲਿਊ ਆਫ k, ਜਿਹੜੇ ਪ੍ਰਪੋਰਸ਼ਨੈਲਿਟੀ ਕੌਨਸਟੈਂਟਸ ਨੇ ਉਹਨਾਂ ਦੀ ਵੈਲਿਊ ਸਾਨੂੰ ਨਹੀਂ ਮਿਲਦੀ, ਕਿਸੇ ਹੋਰ ਮੈਥਡ ਰਾਹੀਂ ਇਹਦੀ ਵੈਲਿਊ ਕੱਢ ਸਕਦੇ ਹਾਂ। ਅਸੀਂ ਅੱਗੇ ਡਿਸਕਸ ਕਰਾਂਗੇ ਵੀ ਇਹਦੀਆਂ ਲਿਮੀਟੇਸ਼ਨਸ ਕੀ ਨੇ। ਇਹ ਇੱਕ ਲਿਮੀਟੇਸ਼ਨ ਹੈ ਵੀ ਡਾਇਮੈਂਸ਼ਨ ਐਨਾਲਿਸਿਸ ਦੇ ਨਾਲ ਅਸੀਂ k ਦੀਆਂ ਵੈਲਿਊਜ਼ ਨਹੀਂ ਕੱਢ ਸਕਦੇ, ਕਿਸੇ ਹੋਰ ਤਰੀਕੇ ਨਾਲ k ਦੀ ਵੈਲਿਊ ਕਿੰਨੀ ਆਉਂਦੀ, ਇਟ ਕਮਸ ਆਊਟ ਟੂ ਬੀ 2π। ਇਸ ਕਰਕੇ ਡਾਇਰੈਕਟ ਫਾਰਮੂਲਾ ਕੀ ਬਣ ਜਾਂਦਾ 2πl/g। ਇਸ ਕਰਕੇ ਸਾਡੇ ਕੋਲ 3 ਯੂਜ਼ਸ ਸੀਗੀਆਂ। ਅਸੀਂ ਉਹ ਜਿਹੜਾ ਯੂਜ਼ਸ ਵਾਰੀ ਇੱਕ ਐਗਜ਼ਾਮਪਲ ਲੈ ਕੇ ਅਸੀਂ ਉਹਨਾਂ ਨੂੰ ਕੀਤਾ ਹੈ, ਡਿਸਕਸ ਕੀਤਾ ਹੈ। ਇਸ ਤੋਂ ਪਹਿਲਾਂ ਅਸੀਂ ਅਗਲੀ ਜਿਹੜੀ ਡਿਸਕਸ਼ਨ ਕਰਨੀ ਹੈ ਉਹ ਹੈਗੀ ਹੈ ਯੂਜ਼ਸ ਆਫ ਡਾਇਮੈਂਸ਼ਨਲ ਐਨਾਲਿਸਿਸ। ਤੋਂ ਬਾਅਦ ਅਸੀਂ ਕਰਾਂਗੇ ਵੀ ਘਾਟ ਕੀ ਹੈ, ਕੀ ਨਹੀਂ ਕੀਤਾ ਜਾ ਸਕਦਾ, ਲਿਮੀਟੇਸ਼ਨਸ ਇਹਦੇ ਵਿੱਚ ਥੋਟਾਂ ਕੀ ਨੇ, ਲਿਮੀਟੇਸ਼ਨਸ ਆਫ ਡਾਇਮੈਂਸ਼ਨਲ ਐਨਾਲਿਸਿਸ, ਕਿਹੜੀਆਂ ਚੀਜ਼ਾਂ ਨਹੀਂ ਕੀਤੀਆਂ ਜਾ ਸਕਦੀਆਂ। ਜਿਵੇਂ ਅਸੀਂ ਹੁਣੇ ਹੀ ਕੀਤਾ ਕਿ ਅਸੀਂ ਆਹ ਜਿਹੜਾ ਸਾਡਾ ਕੌਂਸਟੈਂਟ ਹੈ k, ਜਿਹੜਾ ਕੌਂਸਟੈਂਟ ਸੀ ਸਾਡਾ k ਦੀ ਵੈਲਿਊ ਨਹੀਂ ਕੱਢ ਸਕਦੇ, ਇਟ ਇਜ਼ ਵਨ ਆਫ ਦਾ ਲਿਮੀਟੇਸ਼ਨਸ। ਅਸੀਂ k ਵਰਗੇ ਕੌਂਸਟੈਂਟ ਦੀ ਵੈਲਿਊ ਨਹੀਂ ਕੱਢ ਸਕਦੇ। ਇਸੇ ਤਰ੍ਹਾਂ ਹੀ ਜੇ ਸਾਨੂੰ ਕੋਈ ਜਿਹੜੀ ਪਹਿਲੀ ਐਗਜ਼ਾਮਪਲ ਹੈ
ਜੇ ਸਾਨੂੰ ਇੱਥੇ ਕਿਹਾ ਹੁੰਦਾ ਹੈ, ਜੇ ਸਾਨੂੰ ਇਹ ਕਿਹਾ ਹੁੰਦਾ ਇੱਥੇ ਵੀ ਟੀ ਡਿਪੈਂਡਸ ਅਪੋਨ ਐਂਗਲ, ਜਿਵੇਂ ਪੈਂਡੂਲਮ, ਮੈਂ ਇੱਥੇ ਐਗਜ਼ਾਮਪਲ ਬਣਾਵਾਂ, ਸਪੋਜ਼ ਮੈਂ ਇੱਕ ਪੈਂਡੂਲਮ ਸਾਡੇ ਕੋਲ ਇਸ ਤਰ੍ਹਾਂ ਦਾ ਹੁੰਦਾ ਹੈ। ਆਹ ਜਿਹੜੀ ਹੁੰਦੀ ਹੈ ਇਹਦੀ ਲੈਂਥ ਹੁੰਦੀ ਹੈ, ਲੈਂਥ ਆਫ ਪੈਂਡੂਲਮ। ਅਸੀਂ ਕੋਈ ਇਹਨੂੰ ਇੰਨੀ ਦੂਰ ਡਿਸਪਲੇਸ ਕਰਦਾ ਹੈ, ਐਂਗੂਲਰ ਡਿਸਪਲੇਸਮੈਂਟ ਇੱਥੇ ਹੋ ਗਈ। ਕੋਈ ਦੂਸਰਾ ਬੰਦਾ ਇਹਨੂੰ ਕਹਿੰਦਾ ਵੀ ਮੈਂ ਤਾਂ ਇੱਥੋਂ ਛੱਡੂੰਗਾ, ਤਾਂ ਉਹਦੇ ਲਈ ਐਂਗੂਲਰ ਡਿਸਪਲੇਸਮੈਂਟ ਕਿੰਨੀ ਹੋ ਗਈ? ਇੰਨੀ ਹੋ ਗਈ। ਤਾਂ ਸਾਨੂੰ ਜੇ ਇਹ ਵੀ ਦਿੱਤਾ ਹੁੰਦਾ ਵੀ ਜਿਹੜਾ ਟੀ ਹੈ ਇਟ ਇਜ਼ ਡਿਪੈਂਡਸ ਅਪੋਨ ਥੀਟਾ ਦੀ ਪਾਵਰ ਸਪੋਜ਼ ਸੀ ਜਾਂ ਡੀ, ਤਾਂ ਅਸੀਂ ਥੀਟਾ ਦੀ ਵੈਲਿਊ ਡੀ ਦੀ ਵੈਲਿਊ ਨਹੀਂ ਕੱਢ ਸਕਦੇ ਸੀ, ਕਿਉਂਕਿ ਜਦੋਂ ਅਸੀਂ ਡੈਰੀਵੇਸ਼ਨ ਕਰਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਇੱਥੇ ਅਸੀਂ ਲਿਖਦੇ ਵੀ ਟੀ ਡਿਪੈਂਡਸ ਅਪੋਨ ਥੀਟਾ ਦੀ ਪਾਵਰ ਸਪੋਜ਼ ਡੀ। ਹੁਣ ਥੀਟਾ ਕੀ ਹੈ? ਜੋ ਜੀ ਕੀਤਾ ਸੀ ਤਾਂ ਜੀ ਦੇ ਲਈ ਅਸੀਂ LT-2 ਦੀ ਪਾਵਰ ਲਿਖੀ ਸੀ ਕੁਛ। ਜੇ ਹੁਣ ਇੱਥੇ ਥੀਟਾ ਹੁੰਦਾ ਤਾਂ ਇੱਥੇ ਕੀ ਲਿਖਦੇ, ਅਸੀਂ 1 ਲਿਖ ਦਿੰਦੇ, ਤਾਂ ਇੱਥੇ ਕੀ ਆ ਜਾਣਾ ਸੀ? 1 ਆ ਜਾਣਾ ਸੀ। 1 ਦੀ ਪਾਵਰ ਸੀ ਆਪੇ ਆਪ 1 ਆ ਜਾਣਾ ਸੀ। ਇਸ ਕਰਕੇ ਸਾਨੂੰ ਥੀਟਾ 'ਤੇ ਡਿਪੈਂਡੈਂਸ ਨਹੀਂ ਪਤਾ ਲੱਗ ਸਕਦੀ। ਕੁਝ ਲਿਮੀਟੇਸ਼ਨਸ ਕੀ ਨੇ? ਨੰਬਰ 1, we cannot find value of dimensional value of constants, value of proportionality constants, more appropriately लिखांगे proportionality constants. Number 2, we cannot derive ਫਾਰਮੂਲੀ NLE ਬਹੁਵਚਨ ਹੈ, ਫਾਰਮੂਲਾ ਦਾ ਫਾਰਮੂਲੇ, ਕੋਈ ਵੀ ਅਸੀਂ ਫਾਰਮੂਲੇ ਨਹੀਂ ਬਣਾ ਸਕਦੇ which depend upon trigonometric functions ਜਿਨ੍ਹਾਂ ਦੇ ਵਿੱਚ ਸਾਈਨ ਥੀਟਾ ਕਾਸ ਥੀਟਾ ਆਉਂਦਾ ਹੈ, ਟੈਨ ਕਾਟ ਸੀਕੈਂਟ ਕੋਸੀਕੈਂਟ, ਉਹਨਾਂ ਨੂੰ ਅਸੀਂ ਡਰਾਈਵ ਨਹੀਂ ਕਰ ਸਕਦੇ। ਨੰਬਰ 3, ਉਸ ਤਰ੍ਹਾਂ ਦੇ ਫਾਰਮੂਲੇ ਵੀ ਨਹੀਂ ਬਣਾਏ ਜਾ ਸਕਦੇ। those formulas, those relations cannot be derived which have more than one term, more than 2 terms। ਇਹਦਾ ਮਤਲਬ ਕੀ ਹੈ? ਅਸੀਂ ਕਹਿੰਦੇ ਹਾਂ ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ, ਟੀ ਇਜ਼ ਇਕੁਅਲ ਟੂ ਪਾਈ L ਅਪੋਨ ਜੀ। ਦੋ ਟਰਮਾਂ ਨੇ, ਇੱਕ ਇਸ ਪਾਸੇ ਇੱਕ ਦੂਸਰੇ ਪਾਸੇ, ਪਰ ਸਾਡੇ ਕੋਲ ਇੱਕ ਇਸ ਤਰ੍ਹਾਂ ਦਾ ਵੀ ਰਿਲੇਸ਼ਨ ਹੈ, S ਇਜ਼ ਇਕੁਅਲ ਟੂ UT ਪਲੱਸ ਹਾਫ AT ਸਕੇਅਰ। ਇੱਕ ਸਾਡੇ ਕੋਲ ਫਾਰਮੂਲਾ V ਸਕੇਅਰ ਮਾਈਨਸ U ਸਕੇਅਰ ਇਜ਼ ਇਕੁਅਲ ਟੂ 2AS। ਇਹਦੇ ਵਿੱਚ ਕਿੰਨੀਆਂ? 2 ਤੋਂ ਵੱਧ ਟਰਮਾਂ, 1 2 3, 1 2 3। ਇਸ ਤਰ੍ਹਾਂ ਦੇ ਜਿਹੜੇ ਫਾਰਮੂਲੇ ਨੇ they cannot be derived with the help of dimensional analysis. This is another limitation, ਇਹਦੇ ਵਿੱਚ ਘਾਟ ਹੈ। therefore dimensional analysis ਦੇ ਫਾਇਦੇ ਵੀ ਨੇ, ਕੁਝ ਉਹਦੀਆਂ ਲਿਮੀਟੇਸ਼ਨਸ ਨੇ। ਜਿਵੇਂ ਮੈਂ ਕਹਾਂ ਵੀ ਮੈਂ ਇੱਕ ਟੀਚਰ ਹਾਂ, ਮੈਂ ਫਿਜ਼ਿਕਸ ਤਾਂ ਪੜ੍ਹਾ ਸਕਦਾ, ਪਰ ਮੇਰੀ ਲਿਮੀਟੇਸ਼ਨ ਹੈ ਮੈਂ ਅੰਗਰੇਜ਼ੀ ਨਹੀਂ ਪੜ੍ਹਾ ਸਕਦਾ, ਕਿਉਂਕਿ ਮੈਂ ਫਿਜ਼ਿਕਸ ਦਾ ਅਧਿਆਪਕ ਹਾਂ। ਠੀਕ ਹੈ, ਮੈਂ ਸਾਈਕਲ ਤਾਂ ਚਲਾ ਲੈਂਦਾ, ਪਰ ਮੈਥੋਂ ਕਾਰ ਨਹੀਂ ਚੱਲਦੀ। ਸਾਈਕਲ ਮੈਂ ਚਲਾ ਸਕਦਾ, ਪਰ ਮੇਰੀ ਲਿਮੀਟੇਸ਼ਨ ਆਈ ਕੈਨ ਨੋਟ ਡਰਾਈਵ ਏ ਕਾਰ। ਇਹਦਾ ਮਤਲਬ ਦੇਅਰ ਆਰ ਸਮ ਯੂਜਸ ਐਂਡ ਸਮ ਲਿਮੀਟੇਸ਼ਨਸ। ਇਸ ਲਈ ਜਿਹੜਾ ਡਾਇਮੈਂਸ਼ਨਲ ਐਨਾਲਿਸਿਸ ਹੈ ਉਹਦੇ ਵੀ ਯੂਜਸ ਵੀ ਨੇ ਅਤੇ ਉਹਦੇ ਵਿੱਚ ਲਿਮੀਟੇਸ਼ਨਸ ਨੇ। ਕੀ ਹੋ ਸਕਦਾ ਹੈ? ਠੀਕ ਹੈ ਬੇਟੇ, ਅਤੇ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਚੈਪਟਰ ਦੇ ਵਿੱਚ ਹੁਣ ਲਗਭਗ ਆਪਣਾ ਕੰਪਲੀਟ ਹੋ ਗਿਆ ਇਹ ਚੈਪਟਰ। ਅਤੇ ਮੈਂ ਇੱਕ ਹੋਰ ਐਗਜ਼ਾਮਪਲ ਕਰਕੇ ਤੁਹਾਨੂੰ ਛੁੱਟੀ ਕਰੂੰਗਾ।
ਤੇ ਸਾਡਾ let us try let us check correctness of relation half mv square is equal to mgh half mv square। ਕਿਵੇਂ ਚੈੱਕ ਕਰਦੇ ਹਾਂ ਅਸੀਂ ਕਿਸੇ ਵੀ ਰਿਲੇਸ਼ਨ ਨੂੰ ਕਹਿੰਦੇ ਹਾਂ ਵੀ ਜੇ ਉਹ ਸਹੀ ਹੈ ਦਿਸ ਰਿਲੇਸ਼ਨ ਮਸਟ ਬੀ ਡਿਮੈਂਸ਼ਨਲੀ ਕਰੈਕਟ। ਅਸੀਂ ਲੈਫਟ ਹੈਂਡ ਸਾਈਡ LHS ਲੈਫਟ ਹੈਂਡ ਸਾਈਡ ਕੀ ਹੈ ਹਾਫ MV ਸਕੁਏਅਰ ਉਹਦਾ ਡਿਮੈਂਸ਼ਨਸ ਲਿਖਣੀਆਂ ਨੇ ਪਤਾ ਕਰਨੀਆਂ ਨੇ ਵੀ ਕੀ ਨੇ MLT ਦੀਆਂ ਤਾਂ ਉਹਦੀਆਂ ਫਾਰਮੂਲਾ ਲਿਖਣਾ ਪਏਗਾ। ਆ ਇੱਕ ਨੰਬਰ ਹੈ ਕੋਈ ਡਿਮੈਂਸ਼ਨ ਨਹੀਂ ਇਹ ਇੱਕ ਮਾਸ ਹੈ ਉਹਦੀ ਡਿਮੈਂਸ਼ਨ M ਹੈ ਉਹਦਾ ਫਾਰਮੂਲਾ M ਹੈ। ਜਿਹੜੀ ਇਹ ਵੈਲੋਸਿਟੀ ਹੈ ਇਹਦਾ ਡਾਇਮੈਂਸ਼ਨਲ ਫਾਰਮੂਲਾ LT -1 ਹੁੰਦਾ ਉੱਪਰ ਪਾਵਰ 2 ਹੈ ਕੀ ਬਣ ਗਿਆ ML2T -2। ਰਾਈਟ ਹੈਂਡ ਸਾਈਡ ਕੀ ਹੈ ਵਟ ਇਜ਼ ਰਾਈਟ ਹੈਂਡ ਸਾਈਡ ਇਟ ਇਜ਼ MGH M ਕੀ ਹੈ M ਮਾਸ G ਕੀ ਹੈ ਐਕਸਲੇਸ਼ਨ ਇਟ ਇਜ਼ LT -2 ਸੌਰੀ LT -2 H ਹਾਈਟ ਹੈ ਇੱਥੇ ਮਤਲਬ ਲੈਂਥ ਹੈ इट इज़ L ये की बन गया M L1 L2 T -2। असी कहांगे dimensions of M are equal on both sides dimensions of L are equal on both sides dimension of T are equal on both sides क्योंकि M की dimension 1 1 L की 2 2 T की -2 therefore if नहीं therefore this relation is dimensionally correct dimension बराबर ने dimensionally correct therefore given relation is a correct relation ਸੋ ਬੱਚਿਓ ਇਹਦੇ ਨਾਲ ਅੱਜ ਦਾ ਜਿਹੜਾ ਲੈਕਚਰ ਹੈ ਇਹ ਅਸੀਂ ख़त्म कर रहे हैं। थैंक यू सो मच।